ਸਾਹੋ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਧਨਾਸਰੀ ਮਹੱਲਾ ਪੰਜਵਾ। ਤੁਮ ਦਾਤੇ ਠਾਕੁਰ ਪ੍ਰਤਪਾਲਕ, नायक खसम हमारे। निमख निमख तुम ही प्रतिपालहो, हम बारक तुमरे तारे। तुम दाते ठाकुर प्रतिपालक, नायक खसम हमारे। निमख निमख तुम ही प्रतिपालहो, हम बारक तुमरे तारे। जिह्वा एक कवन गुण कहिए, बेसुमार बेअंत सुआमी। तिरुवंत न किन्ही लहिए रहाव, कोट अपराध हमारे खंड हो। अनक विधि समझावहो, हम अज्ञान अल्प मत थोरी। तुम आपन बिरद रखावहो, तुमरी शरण तुम्हारी आसा। तुम ही सज्जन सुहेले, राखो राखण हार दयाला। नानक कर के गोले, तुमरी शरण तुम्हारी आसा। तुम ही सज्जन सुहेले, राखो राखण हार दयाला। नानक कर के गोले। वाहिगुरु जी का खालसा, वाहिगुरु जी की फतेह। चवर छतर तख्त दे मालक, हाजर नाजर प्रतख गुरु दसह पातशाहियां दी जोत, ज्ञान दे सागर। सारी ही कायनात दे सांझे राइबर, जुगो जुग अटल। धन धन साहिब श्री गुरु ग्रंथ साहिब सच्चे पातशाह जी। सतगुरां जी दी पावन पवित्र हजूरी अंदर सुभाएमान गुरु रूप, गुरु प्यारी सत संगत जी। बड़े वड्डे भाग हन जो कि सतसंगत दीयां घड़ियां प्राप्त होईयां। सतगुरां जी ने किरपा कीती, बख्शिश कीती, रहमत होई है। तरस पिया मेहरामत होई, सतगुर सज्जन मिलिया। नानक नाम मिले तां जीवां, तन मन थीवे हरिया। धन साहिब श्री गुरु ग्रंथ साहिब सच्चे पातशाह जी दे दर्शन दिदारे, बाणी सुन पढ़न दा सुभागा समा। गुरु घर दी सेवा, संगत दे दर्शन दिदारे, ਇਹ ਅਮੋਲਕ ਦਾਤਾ ਹਨ। ਸਤ ਸੰਗਤ ਜੀ ਉਦੋਂ ਹੀ ਮਿਲਦੀਆਂ ਜਦੋਂ ਸਤਿਗੁਰੂ ਜੀ ਤਰੁੱਠਦੇ ਹਨ। ਆਪ ਕਿਰਪਾ ਕਰਕੇ ਇਹ ਦਾਤਾਂ ਝੋਲੀ ਦੇ ਵਿੱਚ ਪਾਉਂਦੇ ਹਨ। ਇਹ ਬਖਸ਼ਿਸ਼ ਹੋਈ ਹੈ, ਅੰਮ੍ਰਿਤ ਵੇਲੇ ਦੀ ਪ੍ਰਾਪਤੀ ਹੋਈ ਹੈ। ਸਤਿਗੁਰਾਂ ਜੀ ਨੇ ਕਿਰਪਾ ਕੀਤੀ। ਸਤ ਸੰਗਤ ਜੀ ਗੁਰਬਾਣੀ ਦਾ ਫਰਮਾਨ ਹੈ, ਸਤਿਗੁਰੂ ਜੀ ਕਿਰਪਾ ਕਰਦੇ ਹਨ, ਭਗਤਾਂ ਦੀ ਰਸਨਾ ਤੁਮ ਸਮਝਾਉਂਦੇ ਹਨ ਕਿ ਫਰੀਦਾ ਰਾਤ ਕਥੂਰੀ ਵੰਡੀਐ, ਸੁੱਤਿਆਂ ਮਿਲੇ ਨਾ ਭਾਓ। ਜਿਨ੍ਹਾਂ ਨੈਣ ਨੀਂਦਰ ਆਵਲੇ, ਤਿੰਨਾ ਮਿਲਨ ਕਵਾਓ। ਸਤ ਸੰਗਤ ਜੀ ਪ੍ਰਭਾਤ ਵੇਲਾ, ਅੰਮ੍ਰਿਤ ਵੇਲਾ,
ਅਕਾਲ ਪੁਰਖ ਪਰਮਾਤਮਾ ਆਪ ਆਉਂਦੇ ਹਨ ਹਰ ਇੱਕ ਜੀਵ ਦੇ ਪਾਸ, ਹਰ ਇੱਕ ਜੀਵ ਦੇ ਪਾਸ। ਹਰ ਇੱਕ ਪ੍ਰਾਣੀ ਨੂੰ ਅੰਮ੍ਰਿਤ ਵੇਲੇ ਜਾਗ ਇੱਕ ਵਾਰੀ ਜ਼ਰੂਰ ਆ ਜਾਂਦੀ। ਉਹ ਵੱਖਰੀ ਗੱਲ ਹੈ ਕਿ ਭਾਈ ਉਹਦਾ ਸੁਭਾਅ ਬਣਿਆ ਹੁੰਦਾ ਹੈ ਕਿ ਉਹਨੇ ਸੌਣਾ ਹੀ ਸੌਣਾ ਹੈ, ਉਹ ਲੰਮੀਆਂ ਤਾਣ ਕੇ ਸੌ ਜਾਂਦਾ ਹੈ, ਉਹ ਉਦਮ ਨਹੀਂ ਕਰਦਾ, ਉੱਠਣ ਦਾ ਯਤਨ ਨਹੀਂ ਕਰਦਾ। ਇਹ ਸੁਭਾਗਾ ਸਮਾਂ ਕਿਉਂ ਆਉਂਦਾ ਹੈ? ਭਗਤ ਫਰੀਦ ਜੀ ਸਮਝਾਉਂਦੇ ਹਨ, ਫਰੀਦਾ ਰਾਤ ਕਥੂਰੀ ਵੰਡੀ ਹੈ। ਇਹ ਜਿਹੜਾ ਪ੍ਰਭਾਤ ਵੇਲਾ ਹੈ, ਨਾਉ ਪ੍ਰਭਾਤੇ ਸ਼ਬਦ ਧਿਆਈਏ, ਛੋਡੋ ਦੁਨੀ ਪ੍ਰੀਤਾ, ਪਣਵਤ ਨਾਨਕ ਦਾਸਨ ਦਾਸਾ, ਹਮ ਜਗ ਹਾਰਿਆ ਤਿਨ ਜੀਤਾ। ਜਿਨ੍ਹਾਂ ਨੇ ਅੰਮ੍ਰਿਤ ਵੇਲੇ ਨੂੰ ਸੰਭਾਲਿਆ ਉਹ ਜਿੱਤ ਗਏ ਭਾਈ। ਇਹ ਪਾਵਨ ਪਵਿੱਤਰ ਬਚਨ ਸਤਿਗੁਰੂ ਧੰਨ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਕੀਤੇ ਹਨ। ਸਤਿਗੁਰੂ ਧੰਨ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ ਯਾਦ ਕਰਦੇ ਹਾਂ ਤੇ ਬਚਨ ਵੀ ਮੰਨਿਆ ਕਰੀਏ। ਸਤਿਗੁਰੂ ਜੀ ਕਹਿੰਦੇ ਭਾਈ ਅੰਮ੍ਰਿਤ ਵੇਲੇ ਨੂੰ ਸੰਭਾਲ ਲਓ, ਅੰਮ੍ਰਿਤ ਵੇਲੇ ਨੂੰ ਸੰਭਾਲ ਲਓ, ਤੁਸੀਂ ਜਿੱਤ ਜਾਓਗੇ। ਕਾਮ ਕ੍ਰੋਧ ਲੋਭ ਮੋਹ ਹੰਕਾਰ ਤੇ ਕਾਬੂ ਪੈ ਜਾਊਗਾ। ਅੰਮ੍ਰਿਤ ਵੇਲੇ ਨੂੰ ਸੰਭਾਲ ਲਓ। ਫਰੀਦਾ ਰਾਤ ਕਥੂਰੀ ਵੰਡੀ ਹੈ, ਸੁੱਤਿਆਂ ਮਿਲੇ ਨਾ ਭਾਓ, ਭਾਓ ਨਾਮ ਹੁੰਦਾ ਹਿੱਸੇ ਦਾ। ਕਥੂਰੀ ਉਹ ਕੀਮਤੀ ਪਦਾਰਥ, ਉਹ ਨਾਮ ਦੀ ਬਰਕਤ, ਉਹ ਸੇਵਾ ਦੀ ਬਰਕਤ, ਉਹ ਸਤਿਗੁਰੂ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਦਰਸ਼ਨਾਂ ਦੀ ਬਰਕਤ। ਜਿਹੜੇ ਸੁੱਤੇ ਰਹਿ ਗਏ, ਸੁੱਤਿਆਂ ਮਿਲੇ ਨਾ ਭਾਓ, ਉਹਨਾਂ ਨੂੰ ਹਿੱਸਾ ਮਿਲਿਆ ਹੀ ਨਹੀਂ। ਫਰੀਦਾ ਰਾਤ ਕਥੂਰੀ ਵੰਡੀ ਹੈ, ਸੁੱਤਿਆਂ ਮਿਲੇ ਨਾ ਭਾਓ, ਜਿਨ੍ਹਾਂ ਨੈਣ ਨੀਂਦਰ ਆਵਲੇ। ਜਿਹੜੇ ਬਿਸਤਰੇ ਦੇ ਵਿੱਚ ਵੜ ਕੇ ਸੁੱਤੇ ਆ ਭਾਈ, ਤਿੰਨਾਂ ਮਿਲਣ ਕਵਾਓ, ਉਹ ਕਿੱਦਾਂ ਹਿੱਸਾ ਲੈ ਲੈਣਗੇ? ਉਹਨਾਂ ਨੂੰ ਨਹੀਂ ਮਿਲਣਾ। ਇਹ ਅੰਮ੍ਰਿਤ ਵੇਲੇ ਦਾ ਜਿਹੜਾ ਹਿੱਸਾ ਆ ਨਾ, ਇਹ ਉਹਨਾਂ ਨੂੰ ਨਹੀਂ ਮਿਲਣਾ ਜਿਹੜੇ ਅੰਮ੍ਰਿਤ ਵੇਲੇ ਨੂੰ ਸੰਭਾਲਦੇ ਨਹੀਂ। ਇਹ ਭਗਤ ਫਰੀਦ ਜੀ ਕਹਿੰਦੇ ਹਨ। ਤੇ ਭਗਤਾਂ ਨੂੰ ਕਿਸੇ ਦਾ ਡਰ ਨਹੀਂ ਹੁੰਦਾ, ਉਹ ਘਬਰਾਉਂਦੇ ਨਹੀਂ ਕਿਸੇ ਤੋਂ, ਕਿਉਂਕਿ ਉਹ ਨਿਰਭਉ ਦੇ ਨਾਲ ਜੁੜੇ ਹੁੰਦੇ ਹਨ। ਉਹ ਤੇ ਸਿੱਧਾ ਹੀ ਕਹਿ ਦਿੰਦੇ ਭਾਈ ਫਰੀਦਾ ਪਿਛਲ ਰਾਤ ਨਾ ਜਾਗੇ ਓਹੇ, ਜੀਵਦੜੋ ਮੋਏ ਓਹੇ, ਜੇ ਤੈ ਰੱਬ ਵਿਸਾਰਿਆ ਤਾਂ ਰੱਬ ਨਾ ਵਿਸਰੇ ਓਹੇ। ਅੰਮ੍ਰਿਤ ਵੇਲੇ ਨੂੰ ਸੰਭਾਲਿਆ ਨਹੀਂ ਤੇ ਜੀਵਨ ਮੁਰਦਿਆਂ ਵਰਗਾ ਹੈ, ਮੁਰਦਿਆਂ ਵਰਗਾ। ਭਗਤ ਫਰੀਦ ਜੀ ਕਹਿੰਦੇ ਹਨ। ਸੋ ਸਤ ਸੰਗਤ ਜੀ, ਭਾਗਾਂ ਵਾਲੇ ਹਾਂ, ਸੁਭਾਗਾ ਸਮਾਂ ਪ੍ਰਾਪਤ ਹੋਇਆ। ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਅੰਮ੍ਰਿਤ ਵੇਲੇ ਤਖਤਾਂ ਤੇ ਬਿਰਾਜਮਾਨ ਹੋਏ। ਸਤਿਗੁਰਾਂ ਜੀ ਨੇ ਕਿਰਪਾ ਕੀਤੀ, ਦੀਵਾਨ ਸੱਜੇ, ਸਰਬੱਤ ਦੇ ਭਲੇ ਦੀ ਅਰਦਾਸ ਬੇਨਤੀ ਹੋਈ। ਤਰੁੱਠ ਕਰਕੇ ਸਤਿਗੁਰਾਂ ਜੀ ਨੇ ਸ੍ਰੀ ਮੁਖਵਾਕ ਦੀ ਬਖਸ਼ਿਸ਼ ਕੀਤੀ। ਜੋ ਹੁਕਮ ਸਤਿਗੁਰੂ ਜੀ ਝੋਲੀ ਚ ਪਾਉਂਦੇ ਹਨ, ਧਨਾਸਰੀ ਰਾਗ ਦੇ ਅੰਦਰ ਗੁਰਬਾਣੀ ਦੇ ਉਚਾਰਨ ਕਰਤਾ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ। ਜਿੱਥੇ ਆਪਾਂ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਚੋਜਾਂ ਨੂੰ ਵਾਚ ਰਹੇ ਹਾਂ, ਉੱਥੇ ਨਾਲ ਹੀ ਸ੍ਰੀ ਮੁਖਵਾਕ ਦੀ ਵਿਚਾਰ ਦੇ ਨਾਲ ਜੁੜਦੇ ਹਾਂ। ਸਤਿਗੁਰੂ ਜੀ ਆਪ ਹੀ ਕਿਰਪਾ ਕਰਨ, ਸਮੱਤ ਬਖਸ਼ਣ, ਗੁਰਬਾਣੀ ਦੀ ਤੇ ਇਤਿਹਾਸ ਦੀ ਵਿਚਾਰ ਕਰ ਸਕੀਏ। ਜਿੰਨਾ ਕੁ ਸਮਾਂ ਸਤਿਗੁਰਾਂ ਜੀ ਨੇ ਬਖਸ਼ਿਆ, ਸਾਰੀ ਸੰਗਤ ਜੁੜਨ ਦਾ ਯਤਨ ਕਰੀਏ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਧਨਾਸਰੀ ਮਹੱਲਾ ਪੰਜਵਾ। ਧਨਾਸਰੀ ਰਾਗ ਦੇ ਅੰਦਰ ਬਾਣੀ ਦੇ ਉਚਾਰਨ ਕਰਤਾ। ਤਰਨ ਗਗਨ ਨਵ ਖੰਡ ਮਹਿ ਜੋਤ, ਸਭ ਰੂਪੀ ਰਹਿਓ ਭਾਰ।
ਭੰਨ ਮਥੁਰਾ ਕਛ ਭੇਦ ਨਹੀਂ, ਗੁਰ ਅਰਜੁਨ ਪ੍ਰਤੱਖ ਹਰ। ਸ਼ਹੀਦਾਂ ਦੇ ਸਰਤਾਜ, ਬਾਣੀ ਦੇ ਬੋਹਿਥੇ, ਭਾਣੇ ਨੂੰ ਮਿੱਠਾ ਕਰਕੇ ਮੰਨਣ ਵਾਲੇ, ਨਿਮਰਤਾ ਦੇ ਪੁੰਜ, ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ। ਸਤ ਸੰਗਤ ਜੀ, ਜੇ ਕੋਈ ਸ਼ੰਕਾ ਕਰ ਲਵੇ ਕਿ ਭਾਈ ਹਰ ਰੋਜ਼ ਇੱਕੋ ਹੀ ਗੱਲ ਕਰੀ ਜਾਂਦੇ ਜੇ ਕਿ ਨਿਮਰਤਾ ਦੇ ਪੁੰਜ, ਸ਼ਾਂਤੀ ਦੇ ਸੋਮੇ, ਬਾਣੀ ਦੇ ਬੋਹਿਥ, ਇਹ ਵਾਰ-ਵਾਰ ਕਿਉਂ ਕਹਿੰਦੇ ਜੇ? ਉਹ ਗੁਰੂ ਦੇ ਪਿਆਰੇ ਦੇ ਚਰਨਾਂ 'ਚ ਬੇਨਤੀ, ਭਾਈ ਆਪਾਂ ਗੁਰੂ ਦੇ ਸਿੱਖ ਹਾਂ ਤੇ ਗੁਰੂ ਦੇ ਗੁਣਾਂ ਨੂੰ ਤਾਂ ਯਾਦ ਕੀਤਾ ਜਾਂਦਾ ਹੈ ਕਿ ਆਪਾਂ ਵੀ ਗੁਣਾਂ ਦੇ ਧਾਰਨੀ ਬਣ ਜਾਈਏ। ਸਾਡੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਜੇ ਨਿਮਰਤਾ ਦੇ ਪੁੰਜ ਹਨ ਤੇ ਸਿੱਖ ਦੇ ਕੋਲ ਵੀ ਨਿਮਰਤਾ ਹੋਣੀ ਚਾਹੀਦੀ ਹੈ। ਸਤਿਗੁਰੂ ਸੱਚੇ ਪਾਤਸ਼ਾਹ ਜੀ, ਸਤ ਸੰਗਤ ਜੀ, ਜੇ ਬਾਣੀ ਦੇ ਬੋਹਿਥੇ ਹਨ ਤੇ ਯਤਨ ਕਰਿਆ ਕਰੋ ਆਪਾਂ ਵੀ ਥੋੜੀ ਬਹੁਤੀ ਬਾਣੀ ਕੰਠ ਕਰ ਲਿਆ ਕਰੀਏ। ਥੋੜੀ ਬਹੁਤੀ ਬਾਣੀ ਤੋਂ ਭਾਵ ਕਿ ਉਦਮ ਕਰੀਏ ਭਾਈ। ਜਪਜੀ ਸਾਹਿਬ ਜੀ ਦੀ ਬਾਣੀ ਤੇ ਘੱਟੋ ਘੱਟ ਕੰਠ ਹੋਵੇ ਨਾ। ਪੁਰਾਤਨ ਸਮੇਂ ਦੇ ਵਿੱਚ ਕਹਾਵਤ ਹੋਇਆ ਕਰਦੀ ਸੀ, ਕਹਿੰਦੇ ਸਨ ਪੈਸਾ ਗੰਠ ਤੇ ਬਾਣੀ ਕੰਠ। ਪੈਸਾ ਉਹੀ ਵਰਤਿਆ ਜਾਂਦਾ ਜਿਹੜਾ ਗੰਠ ਕੋਲ ਹੈ, ਜਿਹੜਾ ਕੋਲ ਹੀ ਨਹੀਂ ਉਹਦਾ ਕੀ ਭਰੋਸਾ। ਤੇ ਬਾਣੀ ਸਤ ਸੰਗਤ ਜੀ, ਕੈਸਾ ਵੀ ਸਮਾਂ ਆ ਜਾਵੇ ਨਾ, ਜਿਹੜੀ ਕੰਠ ਹੈ ਉਹ ਤੁਸੀਂ ਜਪ ਸਕਦੇ ਹੋ, ਜਿਹੜੀ ਕੰਠ ਹੈ ਉਹ ਪੜ੍ਹ ਸਕਦੇ ਹਾਂ। ਇਸ ਕਰਕੇ ਸਤਿਗੁਰਾਂ ਜੀ ਦੇ ਗੁਣ ਸਿੱਖ ਦੇ ਕੋਲ ਹੋਣੇ ਚਾਹੀਦੇ ਹਨ। ਇਹ ਤਾਂ ਅਸੀਂ ਵਾਰ-ਵਾਰ ਬੇਨਤੀ ਕਰਦੇ ਹਾਂ। ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਕਿਰਪਾ ਕਰਦੇ ਹਨ। ਤੁਮ ਦਾਤੇ ਠਾਕੁਰ ਪ੍ਰਤਿਪਾਲਕ, ਨਾਇਕ ਖਸਮ ਹਮਾਰੇ। ਤੁਮ ਦਾਤੇ, ਸਭ ਤੋਂ ਪਹਿਲਾਂ ਤੇ ਸਿੱਖ ਦੇ ਅੰਦਰ ਦੀ ਸ਼ਰਧਾ, ਜਗਿਆਸੂ ਦੇ ਅੰਦਰ ਦੀ ਸ਼ਰਧਾ, ਭਾਵਨਾ, ਵਿਸ਼ਵਾਸ, ਭਰੋਸਾ ਇਸ ਤਰ੍ਹਾਂ ਦਾ ਹੋਵੇ। ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਸਨਮੁਖ ਆ ਕਰਕੇ ਬੇਨਤੀ ਕਰੇ, ਸੱਚੇ ਪਾਤਸ਼ਾਹ ਤੁਮ ਦਾਤੇ। ਜਿੰਨਾ ਚਿਰ ਸਾਡੀ ਬਿਰਤੀ ਨਹੀਂ ਟਿਕਦੀ, ਸਾਡਾ ਧਿਆਨ ਆਸੇ ਪਾਸੇ ਹੈ ਕਿ ਚਲੋ ਜੇ ਗੁਰੂ ਘਰੋਂ ਗੱਲ ਨਹੀਂ ਬਣੀ ਤੇ ਲਾਮੂ ਬਣ ਜਾਵੇਗੀ, ਨਹੀਂ ਭਾਈ। ਜੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਪਾਸੋਂ ਤੇਰੀਆਂ ਝੋਲੀਆਂ ਨਹੀਂ ਨਾ ਭਰੀਆਂ ਤੇ ਤੂੰ ਕਿਤਿਓਂ ਵੀ ਨਹੀਂ ਪਰਵਾ ਸਕਦਾ। ਗਿਆਨ ਧਿਆਨ ਕਿਸ ਕਰਮ ਨਾ ਜਾਣਾ, ਸਾਰ ਨਾ ਜਾਣਾ ਤੇਰੀ। ਸਭ ਤੇ ਵੱਡਾ ਸਤਿਗੁਰੂ ਨਾਨਕ, ਜਿਨ ਕਲ ਰਾਖੀ ਮੇਰੀ। ਦਾਤਾ ਹੈ ਹੀ ਏ, ਦੱਦਾ ਦਾਤਾ ਏਕ ਹੈ, ਸਭ ਕੋ ਦੇਵਨਹਾਰ। ਦੇਂਦੇ ਤੋਟ ਨਾ ਆਵਈ, ਅਗਣਤ ਭਰੇ ਭੰਡਾਰ। ਦਾਤਾ ਇੱਕ ਹੈ, ਜਿਸ ਦਾਤੇ ਦੇ ਪਾਸੋਂ ਸਾਰੇ ਮੰਗਦੇ ਹਨ, ਜਿਸ ਦਾਤੇ ਦੇ ਸਾਰੇ ਮੰਗਤੇ ਹਨ, ਉਸ ਦਾਤੇ ਦੇ ਪਾਸੋਂ ਮੰਗੀਏ ਤੇ ਸਾਡਾ ਅਕੀਦਾ ਬਣ ਜਾਵੇ, ਇਹ ਸਾਡਾ ਭਰੋਸਾ ਬਣ ਜਾਵੇ। ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਸਨਮੁਖ ਆ ਕੇ ਕਿਆ ਕਰੀਏ, ਤੁਮ ਦਾਤੇ। ਇਹ ਮਾਣ ਜੇ ਸਿੱਖ ਨੂੰ ਕਿ ਸਿੱਖ ਆਪਣੇ ਸਤਿਗੁਰਾਂ ਜੀ ਦੇ ਨਾਲ ਬਚਨ ਕਰ ਸਕਦਾ ਹੈ। ਸਤਿਗੁਰੂ ਜੀ ਨੂੰ ਕਹੀਏ, ਸੱਚੇ ਪਾਤਸ਼ਾਹ ਤੁਮ ਦਾਤੇ ਠਾਕੁਰ। ਠਾਕੁਰ ਸ਼ਬਦ ਤੋਂ ਭਾਵ ਹੈ ਇੱਕ ਸੰਸਾਰੀ, ਇੱਕ ਭੰਡਾਰੀ, ਇੱਕ ਲਾਏ ਦੀ ਬਾਣ। ਜਿਵ ਤਿਸ ਭਾਵੈ ਤਿਵੈ ਚਲਾਵੈ, ਜਿਵ ਹੋਵੈ ਫੁਰਮਾਨ। ਜਿਹਦਾ ਫੁਰਮਾਨ ਹੈ, ਜਿਹਦਾ ਹੁਕਮ ਹੈ, ਜਿਹਦੇ ਹੁਕਮ ਦੇ ਵਿੱਚ ਸਭ ਕੁਝ ਹੋ ਰਿਹਾ ਹੈ, ਹੁਕਮੇ ਅੰਦਰ ਸਭ ਕੋ, ਬਾਹਰ ਹੁਕਮ ਨਾ ਕੋਏ, ਉਹ ਹੈ ਠਾਕੁਰ। ਤੇ ਠਾਕੁਰ ਤੋਂ ਭਾਵ ਹੈ ਅਕਾਲ ਪੁਰਖ ਪਰਮਾਤਮਾ। ਠਾਕੁਰ ਤੋਂ ਭਾਵ ਹੈ ਅਕਾਲ ਪੁਰਖ ਪਰਮਾਤਮਾ। ਤੇ ਅਕਾਲ ਪੁਰਖ ਪਰਮਾਤਮਾ ਦੇ ਸਨਮੁਖ ਤਰਲਾ ਲੈਣਾ। ਵਾਹੋ ਵਾਹੋ ਬਾਣੀ ਨਿਰੰਕਾਰ ਹੈ,
ਤੁਮ ਦਾਤੇ ਠਾਕੁਰ ਪ੍ਰਤਿਪਾਲਕ। ਪ੍ਰਤਿਪਾਲਕ ਤੋਂ ਭਾਵ ਸਤ ਸੰਗਤ ਜੀ ਜੋ ਸਾਡੀ ਪਾਲਣਾ ਪੋਸ਼ਣਾ ਕਰਦਾ ਹੈ। ਕੌਣ ਕਰ ਰਿਹਾ ਹੈ ਸਾਡੀ ਦੇਖਭਾਲ? ਅਸੀਂ ਸੋਚਦੇ ਹਾਂ ਕਿ ਸ਼ਾਇਦ ਅਸੀਂ ਆਪ ਕਰਦੇ ਹਾਂ। ਨਹੀਂ ਭਾਈ, ਇਹ ਸਤਿਗੁਰੂ ਜੀ ਆਪ ਕਰ ਰਹੇ ਹਨ। ਹਰ ਇੱਕ ਜੀਵ ਦੀ ਸੰਭਾਲ ਅਕਾਲ ਪੁਰਖ ਪ੍ਰਮਾਤਮਾ ਆਪ ਕਰਦਾ ਹੈ, ਗੁਰਬਾਣੀ ਦੇ ਦੁਆਰਾ, ਸ਼ਬਦ ਦੇ ਦੁਆਰਾ, ਨਾਮ ਦੇ ਦੁਆਰਾ। ਅਸੀਂ ਜਦੋਂ ਬਾਣੀ ਨੂੰ ਭੁੱਲ ਜਾਂਦੇ ਹਾਂ, ਨਾਮ ਨੂੰ ਭੁੱਲ ਜਾਂਦੇ ਹਾਂ, ਉਦੋਂ ਫਿਰ ਕੁਰਾਏ ਪੈ ਜਾਂਦੇ ਹਾਂ। ਇਸ ਕਰਕੇ ਤਰਲਾ ਲਿਆ ਕਰੀਏ, ਪ੍ਰਤਿਪਾਲਕ ਨਾਇਕ ਖਸਮ ਹਮਾਰੇ। ਨਾਇਕ ਤੋਂ ਭਾਵ ਹੈ ਸਲਾਹ ਦੇਣ ਵਾਲਾ। ਨਾਇਕ ਤੋਂ ਭਾਵ ਹੈ ਸਲਾਹ ਦੇਣ ਵਾਲਾ। ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਹੁਕਮ ਕਰਦੇ ਹਨ ਤੇ ਸਿੱਖ ਨੂੰ ਮੰਨਣਾ ਚਾਹੀਦਾ ਹੈ। ਇਹ ਸਾਡਾ ਅਕੀਦਾ ਹੋ ਜਾਵੇ ਕਿ ਸਤਿਗੁਰੂ ਜੀ ਤੁਸੀਂ ਸਾਡੇ ਨਾਇਕ ਹੋ, ਖਸਮ ਸਾਡੇ ਸਿਰ ਦੇ ਸਾਈਂ ਹੋ ਹਮਾਰੇ। ਤੇ ਹਮਾਰੇ ਬਹੁਵਚਨ ਹੈ। ਅਕਾਲ ਪੁਰਖ ਪ੍ਰਮਾਤਮਾ ਕਿਸੇ ਇੱਕ ਦਾ ਨਹੀਂ, ਉਹ ਸਾਰਿਆਂ ਦਾ ਹੈ। ਉਹ ਸਾਰਿਆਂ ਦਾ ਹੈ ਸਤ ਸੰਗਤ ਜੀ। ਉਹ ਕਿਸੇ ਇੱਕ ਜਾਤ ਦਾ ਨਹੀਂ, ਉਹ ਸਾਰਿਆਂ ਦਾ ਹੈ। ਉਹ ਕਿਸੇ ਇੱਕ ਫਿਰਕੇ ਦਾ ਨਹੀਂ, ਉਹ ਸਾਰਿਆਂ ਦਾ ਹੈ। ਇਹ ਹਮਾਰੇ ਬਚਨ ਬਹੁਵਚਨ ਹੈ। ਚੀਟੀ ਤੇ ਕੁੰਚਰ ਅਸਥੂਲਾ, ਸਭ ਪਰ ਕਿਰਪਾ ਦ੍ਰਿਸ਼ਟ ਕਰ ਫੂਲਾ। ਉਹ ਸਾਰਿਆਂ ਦਾ ਹੈ। ਇਸੇ ਹਮਾਰੇ ਸ਼ਬਦ ਨੂੰ ਸਾਹਮਣੇ ਰੱਖ ਕਰਕੇ ਧੰਨ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਇੱਕ ਕੌਤਕ ਨੂੰ ਵਾਚਦੇ ਹਾਂ। ਧੰਨ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਜਨੇਊ ਪਾਉਣ ਤੋਂ ਨਾ ਕਰ ਦਿੱਤੇ। ਕਿਹਾ ਕਿ ਮੈਂ ਜਨੇਊ ਨਹੀਂ ਪਾਉਣਾ। ਉਹਦੇ ਪਿੱਛੇ ਕੀ ਕਾਰਨ ਸੀ? ਕਿਉਂ ਸਤਿਗੁਰਾਂ ਜੀ ਨੇ ਕਿਹਾ ਕਿ ਮੈਂ ਜਨੇਊ ਨਹੀਂ ਪਾਉਣਾ? ਆਪਾਂ ਇਸ ਕਾਰਨ ਨੂੰ ਵਾਚੀਏ। ਇੱਥੋਂ ਤੱਕ ਆਪਾਂ ਇਤਿਹਾਸ ਦੀ ਵਿਚਾਰ ਵੀ ਕਰ ਲਈ ਹੈ। ਸਤਿਗੁਰੂ ਧੰਨ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ, ਮਾਤਾ ਪਿਤਾ ਨੇ ਵਿਚਾਰ ਕੀਤੀ ਕਿ ਦੁਨਿਆਵੀ ਆਰਬਲਾ ਦੇ ਵਿੱਚ ਹੁਣ ਥੋੜੇ ਵੱਡੇ ਹੋ ਗਏ ਹਨ ਤੇ ਕਿਉਂ ਨਾ ਜੋ ਸਾਡੀ ਰੀਤ ਚਲੀ ਆ ਰਹੀ ਹੈ, ਜੋ ਸਾਡੀ ਪਰੰਪਰਾ ਚੱਲੀ ਆ ਰਹੀ ਹੈ ਜਨੇਊ ਪਾਉਣ ਦੀ, ਉਹ ਨਿਭਾ ਲਈ ਜਾਵੇ। ਸਤ ਸੰਗਤ ਜੀ, ਇੱਕ ਬੜਾ ਭਾਰੀ ਇਕੱਠ ਕੀਤਾ ਗਿਆ ਹੈ। ਰਿਸ਼ਤੇਦਾਰ, ਬਰਾਦਰੀ, ਸੱਜਣ ਮਿੱਤਰ, ਅਹਿਲਕਾਰ, ਰਾਏ ਬੁਲਾਰ, ਸਾਰੀ ਹੀ ਸੰਗਤ ਨੂੰ ਸੱਦਿਆ ਗਿਆ। ਸਾਰੀ ਹੀ ਬੜੇ ਵੱਡੇ ਪ੍ਰਬੰਧ ਕਰ ਲਏ ਗਏ। ਪੰਡਤ ਹਰਦਿਆਲ ਜੋ ਕੁਲ ਦਾ ਪੁਰੋਹਿਤ ਸੀ, ਉਹਨੂੰ ਵੀ ਬੁਲਾਇਆ ਗਿਆ। ਉਹਦੇ ਕਹਿਣ ਦੇ ਅਨੁਸਾਰ ਜਿਹੜੀ ਸਮੱਗਰੀ ਦੀ ਲੋੜ ਸੀ ਉਹ ਲੈ ਕੇ ਆਏ। ਸਾਰੀਆਂ ਤਿਆਰੀਆਂ ਹੋਈਆਂ। ਘਰ ਦੇ ਵਿੱਚ ਬੜਾ ਚਾਅ ਹੈ ਕਿ ਜਿਵੇਂ ਸਤ ਸੰਗਤ ਜੀ ਰਸਮ ਨਿਭਾਉਣ ਦਾ, ਮੰਗਤਿਆਂ ਨੇ ਆ ਕਰਕੇ ਮੰਗਣਾ ਆਰੰਭ ਕਰ ਦਿੱਤਾ, ਵਧਾਈਆਂ ਦੇਣੀਆਂ ਸ਼ੁਰੂ ਕਰ ਦਿੱਤੀਆਂ। ਸਤਿਗੁਰੂ ਸੱਚੇ ਪਾਤਸ਼ਾਹ ਜੀ ਉਹਨਾਂ ਦੀਆਂ ਝੋਲੀਆਂ ਆਪ ਆਪਣੇ ਹੱਥਾਂ ਦੇ ਨਾਲ ਭਰਦੇ ਹਨ। ਬੜਾ ਹੀ ਰੂਹਾਨਮਈ ਦ੍ਰਿਸ਼ ਹੈ। ਅਸਲ ਦੇ ਵਿੱਚ ਜਦੋਂ ਵੀ ਸਤਿਗੁਰੂ ਧੰਨ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਉਪਦੇਸ਼ ਦੇਣਾ ਹੁੰਦਾ ਹੈ ਨਾ, ਪਹਿਲਾਂ ਇਕੱਠ ਕਰਦੇ ਹਨ ਤੇ ਫਿਰ ਉਪਦੇਸ਼ ਦਿੰਦੇ ਹਨ। ਇਹ ਉਸ ਸਮੇਂ ਦਾ ਪ੍ਰਚਾਰ ਦਾ ਸਾਧਨ ਹੋਇਆ ਕਰਦਾ ਸੀ। ਉਸ ਵੇਲੇ ਸਪੀਕਰ ਨਹੀਂ ਸਨ, ਲਾਈਟ ਨਹੀਂ ਸੀ, ਇੰਟਰਨੈਟ ਨਹੀਂ ਸੀ, ਮੀਡੀਆ ਨਹੀਂ ਸੀ। ਸੰਗਤ ਨੂੰ ਇਕੱਤਰ ਕੀਤਾ ਜਾਂਦਾ ਸੀ ਤੇ ਉਸ ਇਕੱਤਰਤਾ ਦੇ ਵਿੱਚ ਆਪਣੇ ਪੱਖ ਨੂੰ ਰੱਖ ਕਰਕੇ ਉਪਦੇਸ਼ ਦਿੱਤਾ ਜਾਂਦਾ ਸੀ। ਇਸੇ ਤਰ੍ਹਾਂ ਧੰਨ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਪਹਿਲਾਂ ਮਨਾ ਨਹੀਂ ਕੀਤਾ ਕਿ ਮੈਂ ਜਨੇਊ ਨਹੀਂ ਪਾਉਣਾ। ਘਰ ਦੇ ਵਿੱਚ ਚਰਚਾ ਹੋਈ ਹੋਵੇਗੀ, ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਨਾਲ ਵਿਚਾਰ ਵਟਾਂਦਰਾ ਸਲਾਹ ਵੀ ਹੋਈ ਹੋਵੇਗੀ। ਸਤਿਗੁਰੂ ਜੀ ਨੇ ਮਨਾ ਨਹੀਂ ਕੀਤਾ। ਰਿਸ਼ਤੇਦਾਰ ਆ ਗਏ, ਬਰਾਦਰੀ ਆ ਗਈ, ਰਸਤਾਂ ਬਸਤਾਂ ਸਭ ਆ ਗਈਆਂ, ਸਾਰੇ ਪ੍ਰਬੰਧ ਹੋ ਗਏ। ਪੰਡਤ ਹਰਦਿਆਲ ਜੀ ਵੀ ਆਏ ਹਨ।
ਇੱਕ ਥਾਲੀ ਦੇ ਵਿੱਚ ਜਨੇਊ ਪਾ ਕੇ ਲੈ ਕੇ ਆਏ। ਜਦੋਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੂੰ ਭੈਣ ਨਾਨਕੀ ਮਾਤਾ ਤ੍ਰਿਪਤਾ ਜੀ ਲੈ ਕਰਕੇ ਆਏ ਤੇ ਜਿਹੜੀ ਚੌਂਕੀ ਸੀ, ਜੋ ਰਸਮ ਸੀ ਉਸ ਵੇਲੇ ਦੀ, ਉਹਦੇ ਉੱਤੇ ਬਿਠਾਉਣਾ ਕੀਤਾ। ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਚਿਹਰੇ ਦਾ ਨੂਰ ਜਗਮਗ ਜਗਮਗ ਕਰਦਾ ਹੈ। ਸਾਰੇ ਰਿਸ਼ਤੇਦਾਰ, ਸਾਰੀ ਬਰਾਦਰੀ ਸਤਿਗੁਰਾਂ ਜੀ ਦੇ ਦਰਸ਼ਨ ਕਰਕੇ ਖੁਸ਼ ਹੋ ਰਹੇ ਹਨ। ਸਾਰਿਆਂ ਦਾ ਧਿਆਨ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਸੁੰਦਰਤਾ, ਸੋਹਣੇ ਸਰੂਪ, ਡੀਲ ਡੌਲ ਵੱਲ ਹੈ। ਕਹਿ ਲਓ ਕਿ ਸਾਰੇ ਮੋਹਿਤ ਹੋ ਗਏ ਹਨ ਸਤਿਗੁਰਾਂ ਜੀ ਦੇ ਦਰਸ਼ਨ ਕਰਕੇ। ਜਦੋਂ ਧਿਆਨ ਸਾਰਿਆਂ ਦਾ ਖਿੱਚਿਆ ਗਿਆ ਤੇ ਪੰਡਿਤ ਹਰਦਿਆਲ ਉਸ ਵੇਲੇ ਜਨੇਊ ਪਾਉਣਾ ਆਰੰਭ ਕਰਨ ਲੱਗਾ ਹੈ। ਹੱਥ ਦੇ ਵਿੱਚ ਜਨੇਊ ਫੜਿਆ, ਸਤਿਗੁਰੂ ਸੱਚੇ ਪਾਤਸ਼ਾਹ ਜੀ ਨੂੰ ਪਹਿਨਾਉਣ ਲੱਗਾ। ਧੰਨ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਉਸ ਵੇਲੇ ਹੱਥ ਖੜਾ ਕਰ ਦਿੱਤਾ। ਉਸ ਵੇਲੇ ਕਿਹਾ, ਪੰਡਿਤ ਜੀ ਰੁਕ ਜਾਓ। ਪੰਡਿਤ ਬੜਾ ਹੈਰਾਨ ਕਿ ਕੀ ਕਾਰਨ ਹੈ। ਧੰਨ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਕਹਿੰਦੇ ਕਿ ਮੈਂ ਇਹ ਸਵਾਲ ਆਪਣੀ ਭੈਣ ਨੂੰ ਨਹੀਂ ਪੁੱਛਿਆ, ਮੈਂ ਇਹ ਸਵਾਲ ਆਪਣੇ ਮਾਤਾ ਪਿਤਾ ਨੂੰ ਨਹੀਂ ਪੁੱਛਿਆ, ਇਹ ਸਵਾਲ ਮੈਂ ਆਪਣੀ ਬਰਾਦਰੀ ਦੇ ਨਾਲ, ਰਿਸ਼ਤੇਦਾਰਾਂ ਦੇ ਨਾਲ ਨਹੀਂ ਕੀਤਾ। ਪੰਡਿਤ ਜੀ ਤੁਸੀਂ ਸਿਆਣੇ ਹੋ, ਮੈਂ ਆਪ ਜੀ ਨੂੰ ਪੁੱਛਦਾ ਹਾਂ, ਇਹ ਕੀ ਕਰਨ ਲੱਗੇ ਜੇ? ਪਹਿਲਾ ਸਵਾਲ ਸੀ ਧੰਨ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਦਾ। ਪੰਡਿਤ ਜੀ ਤੁਸੀਂ ਸਿਆਣੇ ਜੇ, ਇਹ ਕੀ ਕਰਨ ਲੱਗੇ ਜੇ? ਪੰਡਿਤ ਹਰਦਿਆਲ ਕਹਿਣ ਲੱਗਾ ਕਿ ਨਾਨਕ ਇਹ ਜਨੇਊ ਹੈ, ਜਨੇਊ ਇਹ ਸਾਡੇ ਕੁਲ ਦੀ ਰੀਤ ਹੋਇਆ ਕਰਦੀ ਹੈ। ਸਾਡੇ ਵੱਡੇ ਵਡੇਰੇ ਵੀ ਇਹਨੂੰ ਪਾਉਂਦੇ ਹਨ ਤੇ ਅੱਗੇ ਆਪ ਜੀ ਨੂੰ ਵੀ ਪਹਿਨਾਉਣ ਲੱਗੇ ਹਾਂ। ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਜਦੋਂ ਇਹਨੂੰ ਪਾ ਲਵਾਂਗੇ ਤੇ ਕੀ ਹੋਵੇਗਾ? ਪੰਡਿਤ ਕਹਿਣ ਲੱਗਾ ਕਿ ਪ੍ਰਭੂ ਦੀ ਪ੍ਰਾਪਤੀ ਹੋ ਜਾਂਦੀ ਹੈ, ਸ਼ੁੱਧਤਾ ਹੋ ਜਾਂਦੀ ਹੈ, ਬੰਦਾ ਦਾ ਜੀਵਨ ਸ਼ੁੱਧ ਹੋ ਜਾਂਦਾ ਹੈ, ਸ਼ੁੱਧ। ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿਣ ਲੱਗੇ, ਪੰਡਿਤ ਜੀ ਆ ਜਿਹੜਾ ਜਨੇਊ ਤੁਸੀਂ ਥਾਲੀ ਦੇ ਵਿੱਚ ਰੱਖਿਆ ਹੈ, ਇਹ ਮੈਨੂੰ ਕੁਝ ਹੋਰ ਪ੍ਰਤੀਤ ਹੁੰਦਾ ਹੈ, ਤੇ ਜਿਹੜਾ ਤੁਸੀਂ ਗਲ ਦੇ ਵਿੱਚ ਪਾਇਆ ਮੈਨੂੰ ਕੁਝ ਹੋਰ ਪ੍ਰਤੀਤ ਹੁੰਦਾ ਹੈ। ਨਾਇਕ ਖਸਮ ਹਮਾਰੇ, ਹਮਾਰੇ ਤੋਂ ਭਾਵ ਕਿ ਰੱਬ ਸਾਰਿਆਂ ਦਾ ਸਾਂਝਾ ਹੁੰਦਾ ਹੈ। ਪਰਮਾਤਮਾ ਇਸ ਮਾਤਲੋਕ ਉੱਤੇ ਆਉਂਦਾ ਕਿਉਂ? ਕਿਉਂਕਿ ਊਚ ਨੀਚ, ਜਾਤ ਪਾਤ, ਵਖਰੇਵਾ, ਧੜੇ ਆਦਿਕ ਇਹਨਾਂ ਨੂੰ ਖਤਮ ਕੀਤਾ ਜਾਵੇ। ਸਾਰਿਆਂ ਦੇ ਵਿੱਚ ਨਿਮਰਤਾ ਹੋਵੇ, ਸਾਰਿਆਂ ਦੇ ਵਿੱਚ ਆਪਸੀ ਪ੍ਰੇਮ ਹੋਵੇ। ਏਕ ਪਿਤਾ ਏਕਸ ਕੇ ਹਮ ਬਾਰਕ, ਤੂੰ ਮੇਰਾ ਗੁਰਹਾਈ, ਇਹ ਸਾਰਿਆਂ ਨੂੰ ਯਾਦ ਹੋਵੇ। ਵੱਖਰੀ ਗੱਲ ਕਿ ਅਸੀਂ ਮੰਨਦੇ ਨਹੀਂ, ਅਸੀਂ ਭੁੱਲ ਜਾਂਦੇ ਹਾਂ। ਨਾਇਕ ਖਸਮ ਹਮਾਰੇ, ਕਿ ਪ੍ਰਮਾਤਮਾ ਸਾਰਿਆਂ ਦਾ ਸਾਂਝਾ ਹੈ। ਉਸ ਅਕਾਲ ਪੁਰਖ ਪ੍ਰਮਾਤਮਾ ਨੇ ਇਸ ਜਾਤ ਪਾਤ ਦੇ ਵਖਰੇਵੇਂ ਨੂੰ ਦੂਰ ਕਰਨਾ ਹੈ। ਉਸ ਨਿਰੰਕਾਰ ਨੇ ਇਸ ਊਚ ਨੀਚ ਦੇ ਵਖਰੇਵੇਂ ਨੂੰ ਦੂਰ ਕਰਨਾ ਹੈ। ਤਾਂ ਹੀ ਤੇ ਪੁੱਛਿਆ, ਪੰਡਿਤ ਜੀ ਜਿਹੜਾ ਜਨੇਊ ਥਾਲੀ ਦੇ ਵਿੱਚ ਰੱਖਿਆ ਜੇ, ਇਹ ਮੈਨੂੰ ਹੋਰ ਪ੍ਰਤੀਤ ਹੁੰਦਾ ਹੈ, ਤੇ ਜਿਹੜਾ ਤੁਸੀਂ ਗਲ ਦੇ ਵਿੱਚ ਪਾਇਆ ਇਹ ਮੈਨੂੰ ਹੋਰ ਪ੍ਰਤੀਤ ਹੁੰਦਾ ਹੈ। ਇਹਦੇ ਪਿੱਛੇ ਕੀ ਕਾਰਨ ਹੈ? ਤੇ ਪੰਡਿਤ ਜੀ ਕਹਿਣ ਲੱਗੇ, ਨਾਨਕ ਜੀ ਜਿਹੜਾ ਜਨੇਊ ਮੈਂ ਪਾਇਆ ਹੈ ਇਹ ਹੈ ਬ੍ਰਾਹਮਣਾਂ ਵਾਲਾ, ਤੇ ਜਿਹੜਾ ਜਨੇਊ ਮੈਂ ਤੁਹਾਨੂੰ ਪਹਿਨਾਉਣ ਲੱਗਾ ਉਹ ਹੈ ਛਤਰੀਆਂ ਵਾਲਾ, ਖੱਤਰੀਆਂ ਵਾਲਾ। ਇੱਕ ਜਨੇਊ ਹੁੰਦਾ ਹੈ ਵੈਸ ਵਾਲਾ, ਤੇ ਸ਼ੂਦਰ ਨੂੰ ਤੇ ਪਹਿਨਾਇਆ ਹੀ ਨਹੀਂ ਜਾਂਦਾ। ਸ਼ੂਦਰ ਨੂੰ ਜਨੇਊ ਪਹਿਨਾਇਆ ਹੀ ਨਹੀਂ ਜਾਂਦਾ। ਸਤਿਗੁਰੂ ਜੀ ਕਹਿੰਦੇ ਵਖਰੇਵਾ ਕਿਉਂ? ਤੇ ਪੰਡਿਤ ਜੀ ਕਹਿੰਦੇ ਬ੍ਰਾਹਮਣ ਸਾਰਿਆਂ ਤੋਂ ਉੱਚੇ ਮੰਨੇ ਗਏ ਹਨ। ਉਸ ਤੋਂ ਬਾਅਦ ਦੇ ਵਿੱਚ ਛਤਰੀ ਮੰਨੇ ਗਏ ਹਨ। ਉਸ ਤੋਂ ਬਾਅਦ ਦੇ ਵਿੱਚ ਵੈਸ਼, ਤੇ ਸ਼ੂਦਰਾਂ ਨੂੰ ਤੇ ਕੋਈ ਪੁੱਛਦਾ ਹੀ ਨਹੀਂ। ਇਹਨਾਂ ਨੂੰ ਵਿਚਾਰਿਆਂ ਨੂੰ ਤੇ ਧੱਕੇ ਵੱਜਦੇ, ਧੱਕੇ, ਜਿਨ੍ਹਾਂ ਦੀ ਗਿਣਤੀ ਸਤਸੰਗਤ ਜੀ ਸਾਡੀ ਇਹਨਾਂ ਚ ਆਉਂਦੀ ਜੇ। ਧੰਨ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਆਗਮਨ ਤੋਂ ਪਹਿਲਾਂ ਸਾਡੇ ਕਿਹੋ ਜਿਹੇ ਹਾਲਾਤ ਸਨ।
ਇਹਨਾਂ ਨੂੰ ਤੇ ਕੋਈ ਪੁੱਛਦਾ ਨਹੀਂ। ਜੇ ਰੱਬ ਦਾ ਨਾਂ ਲੈਂਦੇ ਹਨ ਤੇ ਲੈਣ ਨਹੀਂ ਦਿੱਤਾ ਜਾਂਦਾ, ਜੇ ਸੁਣਦੇ ਹਨ ਤੇ ਸੁਣ ਨਹੀਂ ਦਿੱਤਾ ਜਾਂਦਾ। ਸਤਿਗੁਰੂ ਜੀ ਕਹਿੰਦੇ ਫਿਰ ਗੱਲ ਤੇ ਨਾ ਬਣੀ। ਜੇ ਤੁਸੀਂ ਜਨੇਊ ਮੈਨੂੰ ਪਵਾ ਵੀ ਦਿੱਤਾ ਤੇ ਮੈਂ ਤੁਹਾਡੇ ਵਰਗਾ ਤੇ ਬਣ ਹੀ ਨਹੀਂ ਸਕਦਾ। ਵਖਰੇਵਾ ਤੇ ਫਿਰ ਰਹਿ ਗਿਆ, ਮੈਂ ਨਹੀਂ ਇਹ ਜਨੇਊ ਪਾਉਣਾ। ਪੰਡਤ ਹੈਰਾਨ ਕਿ ਕੀ ਕਾਰਨ ਕੀ ਹੈ। ਅਸਲ ਦੇ ਵਿੱਚ ਇਹ ਊਚ ਨੀਚ ਨੂੰ ਮਿਟਾਉਣ ਦੇ ਲਈ ਸਤਿਗੁਰਾਂ ਜੀ ਦੇ ਪਰਉਪਕਾਰ ਸਨ, ਪਰ ਅਸੀਂ ਸਮਝੇ ਨਹੀਂ। ਅਸਲ ਦੇ ਵਿੱਚ ਇਹ ਜਾਤ ਪਾਤ ਦਾ ਵਖਰੇਵਾ ਖਤਮ ਕਰਨ ਲਈ ਸਤਿਗੁਰਾਂ ਜੀ ਦੇ ਪਰਉਪਕਾਰ ਸਨ, ਪਰ ਅਸੀਂ ਸਮਝੇ ਨਹੀਂ। ਪੰਡਤ ਜੀ ਇਹ ਜਨੇਊ ਮੈਂ ਨਹੀਂ ਪਾਉਣਾ। ਅੱਛਾ ਪੰਡਤ ਜੀ ਤੁਸੀਂ ਮੈਨੂੰ ਜਨੇਊ ਪਾਉਣ ਲੱਗੇ ਜੇ, ਮੇਰੇ ਤੋਂ ਵੱਡੀ ਮੇਰੀ ਭੈਣ ਹੈ ਬੇਬੇ ਨਾਨਕੀ, ਉਹਨੂੰ ਕਿਉਂ ਨਹੀਂ ਪਵਾਇਆ? ਤੇ ਪੰਡਤ ਕਹਿੰਦਾ ਔਰਤ ਨੂੰ ਨਹੀਂ ਪਾਇਆ ਜਾਂਦਾ। ਜਿਹੜਾ ਜਨੇਊ ਆ ਨਾ ਇਹ ਔਰਤ ਨੂੰ ਨਹੀਂ ਪਾਇਆ ਜਾਂਦਾ। ਕਿਉਂ ਪੰਡਤ ਜੀ? ਕਿਉਂਕਿ ਔਰਤ ਸ਼ੁੱਧ ਨਹੀਂ ਹੁੰਦੀ। ਉਸ ਵੇਲੇ ਦੀ ਵਿਚਾਰਧਾਰਾ। ਆ ਮੇਰੀਆਂ ਭੈਣਾਂ ਮਾਵਾਂ ਧੀਆਂ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ 'ਚ ਬੈਠੀਆਂ ਹਨ। ਜੇ ਇਸ ਭਾਗਾ ਸਮਾਂ ਮਿਲਿਆ, ਜੇ ਇਹ ਦਾਤ ਦਿੱਤੀ ਆ ਤੇ ਕਿੰਨੇ ਦਿੱਤੀ ਆ? ਧੰਨ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਨੇ। ਕਦਰ ਕਰਿਆ ਕਰੋ ਕਦਰ, ਸੋ ਕਿਉ ਮੰਦਾ ਆਖੀਐ ਜਿਤ ਜੰਮੇ ਰਾਜਾਨ। ਜੇ ਨਾਰਾ ਲਾਇਆ, ਜੇ ਇਹ ਹੋਕਾ ਲਾਇਆ ਸੱਚ ਦਾ, ਤੇ ਧੰਨ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਨੇ। ਸਤਿਗੁਰੂ ਜੀ ਕਹਿੰਦੇ ਜਿਹਦੀ ਕੁੱਖ ਦੇ ਵਿੱਚੋਂ ਜੰਮੇ ਜੇ ਉਹ ਅਸ਼ੁੱਧ ਕਿੱਦਾਂ ਹੋ ਸਕਦੀ ਹੈ? ਜਿਨੇ ਤੁਹਾਨੂੰ ਇਸ ਮਾਤ ਲੋਕ ਉੱਤੇ ਲੈ ਕੇ ਆਂਦਾ ਉਹ ਅਸ਼ੁੱਧ ਕਿੱਦਾਂ ਹੋ ਸਕਦੀ ਹੈ? ਜੇ ਜਨੇਊ ਪਾਇਆ ਪ੍ਰਭੂ ਦੀ ਪ੍ਰਾਪਤੀ ਹੁੰਦੀ ਹੈ। ਜੇ ਜਨੇਊ ਪਾਇਆ ਮਨੁੱਖ ਸ਼ੁੱਧ ਹੋ ਜਾਂਦੇ ਹਨ, ਤੇ ਔਰਤ ਕਿਉਂ ਨਹੀਂ ਸ਼ੁੱਧ ਹੋ ਸਕਦੀ? ਪੰਡਤ ਨੂੰ ਜਵਾਬ ਨਹੀਂ ਕੋਈ ਆਇਆ। ਸਾਰੀ ਬਰਾਦਰੀ ਦੇ ਵਿੱਚ ਸਤ ਸੰਗਤ ਜੀ ਜਿੰਨੇ ਰਿਸ਼ਤੇਦਾਰ ਸਨ, ਜਿੰਨੀ ਸੰਗਤ ਸੀ, ਸਾਰੀ ਐ ਕਹਿ ਲੋ ਕਿ ਪੂਰਾ ਧਿਆਨ ਸਤਿਗੁਰਾਂ ਜੀ ਦੇ ਚਰਨਾਂ 'ਚ, ਸਤਿਗੁਰਾਂ ਜੀ ਦੇ ਬਚਨਾਂ ਦੇ ਵਿੱਚ ਰੱਖ ਕਰਕੇ ਸੁਣ ਰਹੇ ਸਨ ਕਿ ਇਹ ਕੀ ਵਾਰਤਾਲਾਪ ਹੋ ਰਿਹਾ ਹੈ। ਇਹੋ ਜਿਹੀਆਂ ਗੱਲਾਂ ਤੇ ਅੱਜ ਤੋਂ ਪਹਿਲਾਂ ਕਿਸੇ ਨੇ ਕੀਤੀਆਂ ਹੀ ਨਹੀਂ। ਇਹੋ ਜਿਹੀ ਵਿਚਾਰ ਤੇ ਅੱਜ ਤੋਂ ਪਹਿਲਾਂ ਕਿਸੇ ਨੇ ਕੀਤੀ ਨਹੀਂ। ਧੰਨ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਕਹਿੰਦੇ ਪੰਡਤ ਜੀ ਮੈਂ ਨਹੀਂ ਪਾਉਣਾ। ਜਿਹਦੇ ਨਾਲ ਜਾਤ ਪਾਤ ਦੇ ਵਿੱਚ ਵੰਡੀਆਂ ਪੈਂਦੀਆਂ ਹੋਣ, ਜਿਸ ਦੇ ਨਾਲ ਊਚ ਨੀਚ ਦਾ ਬੋਲਬਾਲਾ ਹੁੰਦਾ ਹੋਵੇ, ਉਹ ਮੈਂ ਨਹੀਂ ਪਾਉਣਾ। ਕਿਉਂਕਿ ਜਿਹੜਾ ਬ੍ਰਾਹਮਣ ਸੀ ਨਾ, ਉਹਦਾ ਸੂਤ ਬਣਾਉਂਦੇ ਸਨ ਇਹ ਕਪਾਹ ਤੋਂ, ਸੂਤ ਤੋਂ। ਜਿਹੜਾ ਛਤਰੀ ਸੀ ਉਹਦਾ ਕਪਾਹ ਤੋਂ ਬਣਾਇਆ ਜਾਂਦਾ ਸੀ। ਤੇ ਜਿਹੜੇ ਵੈਸ਼ ਸਨ ਆ ਭੇਡ ਆਦਿਕ ਦੀ ਉੱਨ ਕਹਿ ਲੋ, ਉਹ ਵਾਲ ਲਾ ਕਰਕੇ ਤੇ ਉਹਦਾ ਬਣਾਇਆ ਜਾਂਦਾ ਸੀ। ਤੇ ਸ਼ੂਦਰ ਨੂੰ ਤੇ ਪਾਉਣ ਵਾਸਤੇ ਜਨੇਊ ਹੈ ਹੀ ਕੋਈ ਨਹੀਂ ਸੀ। ਜਾਤ ਪਾਤ ਦੀਆਂ ਵੰਡੀਆਂ ਪਈਆਂ ਹੋਈਆਂ ਸਨ, ਊਚ ਨੀਚ ਦਾ ਬੋਲਬਾਲਾ ਸੀ। ਇਸੇ ਨੂੰ ਤੇ ਸਤਿਗੁਰਾਂ ਜੀ ਨੇ ਖਤਮ ਕੀਤਾ ਹੈ। ਪੰਡਤ ਹਰਦਿਆਲ ਕਹਿੰਦਾ ਸੱਚੇ ਪਾਤਸ਼ਾਹ ਜਦੋਂ ਆਪ ਜੀ ਇਸ ਮਾਤ ਲੋਕ ਉੱਤੇ ਆਏ ਤੇ ਮੈਂ ਉਦੋਂ ਟੇਵਾ ਜਿਹਾ ਲਾਇਆ ਸੀ ਕਿ ਆਪ ਕੋਈ ਮਹਾਂਪੁਰਸ਼ ਜੇ, ਮਹਾਂਪੁਰਸ਼। ਆਪ ਜੀ ਦੇ ਪ੍ਰਤਾਪ ਨੂੰ ਸਾਰੀ ਦੁਨੀਆ ਤੱਕੇਗੀ। ਹੁਣ ਮੈਨੂੰ ਸੋਝੀ ਆ ਗਈ, ਸੋਝੀ। ਕਿਰਪਾ ਕਰੋ ਹੁਣ ਤੁਸੀਂ ਦੱਸੋ ਕਿ ਜਨੇਊ ਪਾਉਣਾ ਕਿਹੜਾ ਚਾਹੀਦਾ ਹੈ? 2 ਮਿੰਟ ਪਾਸੇ ਜਾ ਕੇ ਜਰਾ ਧਿਆਨ ਦਈਏ ਸਤ ਸੰਗਤ ਜੀ। ਅੱਜ ਇਸ ਰਸਮ ਦੇ ਵਿੱਚ ਸਾਨੂੰ ਕਲਗੀਧਰ ਪਾਤਸ਼ਾਹ ਜੀ ਨੇ ਪਰੋਇਆ ਨਾ ਖੰਡੇ ਬਾਟੇ ਦੀ ਪੌਲ, ਇਹ ਅਸਲ ਦੇ ਵਿੱਚ ਜਾਤ ਪਾਤ ਤੋਂ ਪਰੇ ਹਟਾਉਣ ਵਾਸਤੇ ਜੇ। ਇਹ ਅਸਲ ਦੇ ਵਿੱਚ ਊਚ ਨੀਚ ਤੋਂ ਪਾਸੇ ਹਟਾਉਣ ਵਾਸਤੇ ਜੇ। ਸਤ ਸੰਗਤ ਜੀ ਇੱਕੋ ਹੀ ਕੜਾ ਬਖਸ਼ਿਆ ਸਾਰਿਆਂ ਨੂੰ ਸਰਬਲੋ ਦਾ। ਇਹ ਨਹੀਂ ਕਿਹਾ ਕਿ ਉੱਚੀ ਜਾਤ ਦਾ ਸੋਨੇ ਦਾ ਪਾ ਲਵੇ, ਨੀਵੀਂ ਜਾਤ ਦਾ ਚਾਂਦੀ ਦਾ ਤੇ ਕੋਈ ਤਾਂਬੇ ਦਾ ਨਹੀਂ ਭਾਈ, ਸਾਰਿਆਂ ਨੂੰ ਬਰਾਬਰ ਸਮਝਿਆ ਜੇ। ਕਸ਼ਹਿਰਾ ਦਿੱਤਾ ਹੈ, ਸ੍ਰੀ ਸਾਹਿਬ ਦਿੱਤਾ ਹੈ, ਕੇਸ ਦਿੱਤੇ ਆ, ਜੱਤ ਸੱਤ ਦੀਆਂ ਨਿਸ਼ਾਨੀਆਂ ਦਿੱਤੀਆਂ, ਅੰਮ੍ਰਿਤ ਛਕਾਇਆ ਇੱਕੋ ਬਾਟੇ ਦੇ ਵਿੱਚ, ਲੰਗਰ ਛਕਾਇਆ ਇੱਕੋ ਬਾਟੇ ਦੇ ਵਿੱਚ। ਜੇ ਪਹਾੜੀ ਰਾਜਿਆਂ ਨੇ ਆ ਕੇ ਕਿਹਾ ਨਾ ਸਾਡੇ ਲਈ ਵੱਖਰਾ ਅੰਮ੍ਰਿਤ ਤਿਆਰ ਕਰ ਦਿਓ, ਸਤਿਗੁਰੂ ਜੀ ਕਹਿੰਦੇ ਚਲੇ ਜਾਓ ਭਾਈ, ਕੋਈ ਲੋੜ ਨਹੀਂ ਸਾਨੂੰ ਤੁਹਾਡੀ। ਜੇ ਤੁਸੀਂ ਹੰਕਾਰ ਨੂੰ ਚੁੱਕ ਕੇ ਆਏ ਜੇ ਨਾ ਤੇ ਗੁਰੂ ਕਰ ਹੰਕਾਰ ਪ੍ਰਵਾਨ ਨਹੀਂ ਹੁੰਦਾ। ਇਨਹੀ ਕੀ ਕਿਰਪਾ ਕੇ ਸਜੇ ਹਮ ਹੈ। ਸਤਿਗੁਰੂ ਜੀ ਕਹਿੰਦੇ ਇਨਹੀ ਕੀ ਕਿਰਪਾ ਕੇ ਸਜੇ ਹਮ ਹੈ। ਇਹ ਊਚ ਨੀਚ ਦਾ ਵਖਰੇਵਾ, ਜਾਤ ਪਾਤ ਦਾ ਵਖਰੇਵਾ, ਇਹ ਗੁਰੂ ਘਰ ਨਹੀਂ ਜੇ ਚੱਲਦਾ। ਅਸੀਂ ਤੇ ਛੱਡਦੇ ਨਹੀਂ।
ਸਤਿਗੁਰੂ ਜੀ ਨੇ ਕਿਰਪਾ ਕੀਤੀ, ਸਾਡੇ ਨਾਮ ਦੇ ਪਿੱਛੇ ਸਿੰਘ ਲਾਇਆ, ਕੌਰ ਲਾਇਆ, ਪਰ ਅਸੀਂ ਸਿੰਘ ਕੌਰ ਤੋਂ ਬਾਅਦ ਆਪਣੀਆਂ ਜਾਤਾਂ ਲਾਉਣੀਆਂ ਸ਼ੁਰੂ ਕਰ ਦਿੰਦੇ ਹਾਂ, ਆਪਣੀਆਂ ਕੁੱਲਾਂ ਲਾਉਣੀਆਂ ਸ਼ੁਰੂ ਕਰਦੇ ਹਾਂ। ਮੈਂ ਫਲਾਣਾ ਹਾਂ, ਮੈਂ ਫਲਾਣਾ ਹਾਂ। ਨਹੀਂ ਭਾਈ, ਕਹਿ ਦਿਆ ਕਰੋ ਕਿ ਮੈਂ ਗੁਰੂ ਦਾ ਸਿੱਖ ਹਾਂ। ਸੋ ਰਹੋ ਵਿਚਾਰ। ਧੰਨ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਕਹਿੰਦੇ, ਪੰਡਤ ਜੀ ਮੈਂ ਇਹ ਜਨੇਊ ਨਹੀਂ ਪਾਉਣਾ। ਤੇ ਪੰਡਤ ਜੀ ਨੇ ਕਿਹਾ, ਸੱਚੇ ਪਾਤਸ਼ਾਹ ਹੇ ਕਿਰਪਾ ਨਿਧਾਨ, ਤੁਸੀਂ ਕਿਰਪਾ ਕਰੋ ਕਿ ਕਿਹੜਾ ਪਾਉਣਾ ਚਾਹੀਦਾ ਹੈ। ਫਿਰ ਸਤਿਗੁਰੂ ਜੀ ਨੇ ਸਤ ਸੰਗਤ ਜੀ ਕਿਰਪਾ ਕੀਤੀ, ਦਇਆ ਕਪਾਹ, ਦਇਆ ਦੀ ਕਪਾਹ ਬਣਾਓ। ਸੰਤੋਖ ਸੂਤ ਜਤ ਗੰਢੀ ਸੱਤ ਵਟ। ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਅੰਦਰ ਇਹ ਪੂਰਾ ਵਾਰਤਾਲਾਪ ਗੁਰਬਾਣੀ ਦੇ ਅੰਦਰ ਦਰਜ ਹੈ, ਸਾਨੂੰ ਸਮਝਾਉਣ ਦੇ ਲਈ। ਸਤਿਗੁਰੂ ਜੀ ਕਹਿੰਦੇ, ਭਾਈ ਗੁਣਾਂ ਦੇ ਧਾਰਨੀ ਬਣੋ, ਦਇਆ ਹੋਵੇ, ਸੰਤੋਖ ਹੋਵੇ, ਜਤ ਸੱਤ ਹੋਵੇ, ਇਹ ਪਾਓ। ਇਹ ਜਿਹੜਾ ਹੈ ਨਾ, ਇਹ ਨਾਲ ਨਿਭਦਾ ਹੈ, ਇਹ ਸੜਦਾ ਬਲਦਾ ਨਹੀਂ, ਇਹ ਇੱਥੇ ਨਹੀਂ ਜੇ ਰਹਿੰਦਾ, ਇਹ ਪਰਲੋਕ ਦੇ ਵਿੱਚ ਨਾਲ ਜਾਂਦਾ ਜੇ ਗੁਣਾਂ ਦਾ ਜਨੇਊ। ਜਦੋਂ ਇਹ ਬਚਨ ਸਤਿਗੁਰਾਂ ਜੀ ਨੇ ਕੀਤੇ ਤੇ ਪੰਡਤ ਸਤਿਗੁਰਾਂ ਜੀ ਦੇ ਚਰਨਾਂ 'ਚ ਢਹਿ ਪਿਆ। ਸਾਰੀ ਬਰਾਦਰੀ ਨੇ, ਸੰਗਤਾਂ ਨੇ ਹੱਥ ਜੋੜ ਕੇ ਬੇਨਤੀ ਕੀਤੀ ਕਿ ਆਪ ਜੀ ਦੀ ਵਿਚਾਰਧਾਰਾ ਦੇ ਨਾਲ ਅਸੀਂ ਸਹਿਮਤ ਹਾਂ। ਨਾਇਕ ਖਸਮ ਹਮਾਰੇ, ਉਹ ਸਾਰਿਆਂ ਦਾ ਹੈ। ਉਹ ਆਇਆ ਹੀ ਊਚ ਨੀਚ ਨੂੰ ਖਤਮ ਕਰਨ ਦੇ ਲਈ ਹੈ, ਉਹ ਆਇਆ ਹੀ ਜਾਤ ਪਾਤ ਨੂੰ ਖਤਮ ਕਰਨ ਦੇ ਲਈ ਹੈ। ਰੱਬ ਕਿਸੇ ਇੱਕ ਦਾ ਨਹੀਂ, ਹਮਾਰੇ ਬਹੁ ਵਚਨ ਹੈ ਤੇ ਉਹ ਸਾਰਿਆਂ ਦਾ ਹੈ ਜੀ। ਨਿਮਖ ਨਿਮਖ ਤੁਮ ਹੀ ਪ੍ਰਤਪਾਲ ਹੋ, ਹਮ ਬਾਰਿਕ ਤੁਮਰੇ ਤਾਰੇ। ਨਿਮਖ ਨਿਮਖ ਲਗਾਤਾਰ ਹਰੇਕ ਸਮੇਂ ਦੇ ਵਿੱਚ, ਅੱਖ ਝਮਕਣ ਦੇ ਸਮੇਂ ਨੂੰ ਨਿਮਖ ਮਾਤਰ ਦਾ ਸਮਾਂ ਗਿਣਿਆ ਜਾਂਦਾ ਹੈ। ਲਗਾਤਾਰ ਕੋਈ ਐਸਾ ਸਮਾਂ ਨਹੀਂ ਕਿ ਜਦੋਂ ਸਤਿਗੁਰੂ ਜੀ ਸਾਡੀ ਦੇਖ ਰੇਖ ਨਹੀਂ ਕਰਦੇ, ਸਾਡੀ ਪਾਲਣਾ ਪੋਸ਼ਣਾ ਨਹੀਂ ਕਰਦੇ। ਅਸੀਂ ਤੇ ਸੌਂ ਜਾਂਦੇ ਆ, ਪਰ ਸਾਡੇ ਹਾਰਟ ਨੂੰ ਆਪ ਚਲਾਉਂਦਾ ਜੇ, ਉਹ ਆਪ ਚਲਾਉਂਦਾ ਹੈ। ਭਾਈ ਸਤਾ ਉਹਦੀ ਵਰਤ ਰਹੀ ਹੈ, ਜੋਤ ਉਹਦੀ ਕੰਮ ਕਰ ਰਹੀ ਹੈ। ਨਿਮਖ ਨਿਮਖ ਤੁਮ ਹੀ ਪ੍ਰਤਪਾਲ ਹੋ। ਅਥਵਾ ਸਤਸੰਗਤ ਜੀ ਇਹ ਬੇਨਤੀ ਕਰਿਆ ਕਰੀਏ, ਸੱਚੇ ਪਾਤਸ਼ਾਹ ਕਰ ਕਿਰਪਾ, ਸਾਡੇ ਸਮੇਂ ਦੀ ਸੰਭਾਲ ਕਰ, ਸਾਡੇ ਤੇ ਰਹਿਮਤ ਕਰਕੇ। ਜਿੱਥੇ ਸਮਾਂ ਅਸੀਂ ਗੱਲਾਂ ਬਾਤਾਂ ਕਰਨ ਤੇ ਲੰਘਾ ਦਿੰਦੇ ਆ, ਜਿੱਥੇ ਸਮਾਂ ਅਸੀਂ ਕਿਸੇ ਦੀ ਚੁਗਲੀ ਨਿੰਦਾ ਤੇ ਲੰਘਾ ਦਿੰਦੇ ਆ, ਜਿੱਥੇ ਸਮਾਂ ਅਸੀਂ ਲੜਾਈਆਂ ਝਗੜਿਆਂ ਤੇ ਲੰਘਾ ਦਿੰਦੇ ਆ, ਉਸ ਸਮੇਂ ਨੂੰ ਸੰਭਾਲੀਏ। ਦਮ ਦਮ ਸਦਾ ਸੰਭਾਲਦਾ, ਦਮ ਨਾ ਬਿਰਥਾ ਜਾਏ। ਉਸੇ ਰਸਨਾ ਦੇ ਨਾਲ, ਉਸੇ ਸਮੇਂ ਦੇ ਵਿੱਚ ਵਾਹਿਗੁਰੂ ਵਾਹਿਗੁਰੂ ਕਹਿ ਲਿਆ ਕਰੋ ਭਾਈ। ਤੇ ਜਦੋਂ ਨਾਮ ਚਿੱਤ ਦੇ ਵਿੱਚ ਵਸ ਗਿਆ, ਬਾਣੀ ਚਿੱਤ ਦੇ ਵਿੱਚ ਵਸ ਗਈ, ਸਮਝੋ ਕਿ ਨਿਮਖ ਨਿਮਖ ਤੁਮ ਹੀ ਪ੍ਰਤਪਾਲ ਹੋ। ਉਹ ਆਪ ਸਾਡੀ ਪ੍ਰਤਪਾਲਣਾ ਪੋਸ਼ਣਾ ਕਰ ਰਿਹਾ ਹੈ। ਹਮ ਬਾਰਕ ਤੁਮਰੇ ਧਾਰੇ। ਇਹ ਕਿਰਪਾ ਕਿਦੋਂ ਵਰਤਦੀ ਆ? ਜਦੋਂ ਅਸੀਂ ਬੱਚੇ ਬਣ ਕੇ ਉਹਦੇ ਦਰ ਤੇ ਆਵਾਂਗੇ। ਬੱਚੇ ਸਦਾ ਸਦਾ ਹਮ ਸ਼ੋਹਰੇ ਤੁਮਰੇ। ਇਹ ਅਕਾਲ ਪੁਰਖ ਪਰਮਾਤਮਾ ਦੀ ਬਖਸ਼ਿਸ਼ ਵਡਿਆਈ ਕਹਿ ਲਓ ਕਿ ਭਾਵੇਂ ਕੋਈ 80 ਸਾਲ ਦਾ ਹੈ, ਭਾਵੇਂ ਕੋਈ 10 ਸਾਲ ਦਾ ਹੈ, ਸਾਰੇ ਉਹਦੇ ਪੁੱਤਰ ਧੀਆਂ ਹਨ। ਸਦਾ ਸਦਾ ਹਮ ਸ਼ੋਹਰੇ ਤੁਮਰੇ। ਕੋਈ ਇਹ ਨਹੀਂ ਕਹਿ ਸਕਦਾ ਕਿ ਮੇਰੀ ਉਮਰ ਵਡੇਰੀ ਹੋ ਗਈ, ਮੈਂ ਜ਼ਿਆਦਾ ਸਿਆਣਾ ਹੋ ਗਿਆ। ਸਤਿਗੁਰਾਂ ਜੀ ਤੂੰ ਸਿਆਣਾ ਕੋਈ ਨਹੀਂ ਭਾਈ। ਜਦੋਂ ਵੀ ਆਉਣਾ ਹੈ ਬੱਚੇ ਬਣ ਕੇ ਆਉਣਾ ਹੈ। ਬੱਚੇ ਭਾਵ ਕਿ ਜਿੱਦਾਂ ਮਾਤਾ ਪਿਤਾ ਦੇ ਪਾਸ ਆ ਕਰਕੇ ਬੱਚੇ ਅਨੇਕ ਆਪਣੀਆਂ ਲੋੜਾਂ ਜ਼ਰੂਰਤਾਂ ਨੂੰ ਪੂਰੀਆਂ ਕਰ ਲੈਂਦੇ ਹਨ, ਇਸੇ ਤਰ੍ਹਾਂ ਸਤਿਗੁਰ ਸੱਚੇ ਪਾਤਸ਼ਾਹ ਜੀ ਦੇ ਪਾਸ ਆ ਕਰਕੇ ਬੱਚੇ ਬਣ ਕੇ ਆਪਣਾ ਗਿਆਨ ਨਹੀਂ ਵਰਤਣਾ, ਆਪਣੀ ਬੁੱਧੀ ਨਹੀਂ ਵਰਤਣੀ, ਆਪਣੀ ਮਤ ਨਹੀਂ ਵਰਤਣੀ। ਤੇ ਜਦੋਂ ਆਪਣਾ ਗਿਆਨ, ਆਪਣੀ ਬੁੱਧੀ, ਆਪਣੀ ਮਤ ਛੱਡ ਦੇਵਾਂਗੇ ਨਾ, ਸਾਨੂੰ ਯਾਦ ਹੋਵੇਗਾ ਕਿ ਸਾਡੇ ਮਾਤਾ ਪਿਤਾ ਨੇ ਸਾਡਾ ਹੱਥ ਫੜ ਲਿਆ ਸੀ ਤੇ ਸਾਨੂੰ ਤੁਰਨ ਦੀ ਇਜਾਜ਼ਤ ਦੱਸੀ ਸੀ। ਸਾਡੇ ਮਾਤਾ ਪਿਤਾ ਨੇ ਸਤ ਸੰਗਤ ਜੀ ਸਾਨੂੰ ਡਿੱਗਦਿਆਂ ਹੋਇਆਂ ਨੂੰ ਸਹਾਰਾ ਦੇ ਕਰਕੇ ਤੋਰਿਆ ਸੀ।
ਇਸੇ ਤਰ੍ਹਾਂ ਜਦੋਂ ਅਕਾਲ ਪੁਰਖ ਪਰਮਾਤਮਾ ਦਾ ਤਰਲਾ ਲੈਨੇ ਹਾਂ ਤੇ ਸਤਿਗੁਰ ਸੱਚੇ ਪਾਤਸ਼ਾਹ ਵੀ ਤੂੰ ਮੇਰਾ ਮਾਤਾ, ਤੂੰ ਹੈ ਮੇਰਾ ਪਿਤਾ, ਸਾਡੇ ਮਾਤਾ ਪਿਤਾ ਬਣ ਕੇ ਸਾਨੂੰ ਸਹਾਰਾ ਦਿੰਦੇ ਹਨ, ਸਾਨੂੰ ਆਤਮਿਕ ਵਿਸ਼ੈਣੀ ਬੁੱਧੀ ਬਖਸ਼ ਦਿੰਦੇ ਹਨ, ਸਾਨੂੰ ਜੀਵਨ ਦੇ ਵਿੱਚ ਕਿੱਦਾਂ ਕਾਮਯਾਬੀ ਮਿਲਣੀ ਹੈ ਉਹ ਸਿੱਖਿਆ ਦੇ ਦਿੰਦੇ ਹਨ। ਅਸੀਂ ਫਿਰ ਡਿੱਗਦੇ ਨਹੀਂ, ਡੋਲਦੇ ਨਹੀਂ। ਗੁਰੂ ਦੀ ਕਿਰਪਾ ਦੇ ਸਦਕਾ ਜਿਨੇ ਆਸਰਾ ਸਤਿਗੁਰਾਂ ਜੀ ਦਾ ਲੈ ਲਿਆ ਉਹ ਨਸ਼ਿਆਂ ਦੇ ਵਿੱਚ ਗ੍ਰਸਤ ਨਹੀਂ ਹੁੰਦਾ। ਜਿਨੇ ਆਸਰਾ ਸਤਿਗੁਰਾਂ ਜੀ ਦਾ ਲੈ ਲਿਆ ਉਹ ਦੰਭੀਆਂ ਪਖੰਡੀਆਂ ਤੇ ਨਹੀਂ ਜਾਂਦਾ। ਜਿਨੇ ਆਸਰਾ ਸਤਿਗੁਰਾਂ ਜੀ ਦਾ ਲੈ ਲਿਆ ਉਹ ਇੱਕ ਅਕਾਲ ਪੁਰਖ ਪਰਮਾਤਮਾ ਦਾ ਹੋ ਜਾਂਦਾ ਹੈ। ਇਸ ਕਰਕੇ ਇਹ ਤਰਲਾ ਲੈਣਾ ਚਾਹੀਦਾ ਹੈ ਕਿ ਸੱਚੇ ਪਾਤਸ਼ਾਹ ਅਸੀਂ ਆਪ ਜੀ ਦੇ ਬੱਚੇ ਹਾਂ, ਸਾਡੇ ਤੇ ਕਿਰਪਾ ਕਰੋ। ਜਿਹਵਾ ਏਕ ਕਵਨ ਗੁਣ ਕਹੀਐ, ਇੱਕ ਜੀਭ ਹੈ ਸਾਡੀ, ਤੁਹਾਡੇ ਗੁਣ ਬੇਅੰਤ ਹਨ, ਬੇਅੰਤ, ਕੋਈ ਅੰਤ ਨਹੀਂ। ਇੱਕ ਜੀਭਾ ਦੇ ਨਾਲ ਕਿਹੜੇ ਕਿਹੜੇ ਗੁਣਾਂ ਨੂੰ ਵਿਖਿਆਨ ਕਰੀਏ, ਕੀਤਾ ਹੀ ਨਹੀਂ ਜਾ ਸਕਦਾ। ਇੱਕ ਵੀ ਗੁਣ ਸਤਿਗੁਰਾਂ ਜੀ ਦਾ ਲੈ ਲਓ। ਮਨ ਦੇ ਵਿੱਚ ਵਿਚਾਰੋ ਕਿ ਅਕਾਲ ਪੁਰਖ ਪ੍ਰਮਾਤਮਾ ਨਾਮ ਦੀ ਦਾਤ ਦੇ ਕਰਕੇ ਨਿਵਾਜਦੇ ਹਨ। ਇਹ ਗੁਣ ਹੈ ਅਕਾਲ ਪੁਰਖ ਪ੍ਰਮਾਤਮਾ ਦਾ। ਤੇ ਆਪਣੀ ਸੋਚ ਦੇ ਘੋੜੇ ਦੌੜਾਉਣੇ ਸ਼ੁਰੂ ਕਰੀਏ, ਵੇਖੀਏ ਕਿ ਕਿਹਨੂੰ ਕਿਹਨੂੰ ਨਾਮ ਦੀ ਦਾਤ ਮਿਲੇ। ਤੇ ਇੱਥੇ ਅਸੀਂ ਫਿਰ ਅਸਮਰੱਥ ਹੋ ਜਾਵਾਂਗੇ, ਕਿਉਂਕਿ ਜਿੰਨਿਆਂ ਨੂੰ ਸਤਿਗੁਰਾਂ ਜੀ ਨੇ ਬਖਸ਼ਿਆ ਅਸੀਂ ਉਹਨਾਂ ਦਾ ਅੰਤ ਹੀ ਨਹੀਂ ਪਾ ਸਕਦੇ। ਏਡੇ ਏਡੇ ਵੱਡੇ ਮਹਾਪੁਰਸ਼, ਬ੍ਰਹਮ ਗਿਆਨੀ, ਸਾਧੂ ਸੰਤ, ਗੁਰੂ ਦੇ ਪਿਆਰੇ ਸਿੱਖ ਸੇਵਕ, ਜਿਨ੍ਹਾਂ ਨੂੰ ਸਤਿਗੁਰਾਂ ਜੀ ਨੇ ਨਾਮ ਦੀ ਦਾਤ ਦੇ ਕਰਕੇ ਨਿਵਾਜਿਆ, ਕਹਿਣ ਤੋਂ ਭਾਵ ਕਿ ਇੱਕ ਵੀ ਗੁਣ ਦਾ ਅੰਤ ਨਹੀਂ ਪਾ ਸਕਦੇ ਆਪਾਂ। ਤੇ ਸਤਿਗੁਰੂ ਜੀ ਤੇ ਭਾਈ ਬੇਅੰਤ ਗੁਣਾਂ ਦੇ ਮਾਲਕ ਹਨ। ਜਿਹਵਾ ਏਕ ਕਵਨ ਗੁਣ ਕਹੀਏ, ਇੱਕ ਜੀਭਾ ਦੇ ਨਾਲ ਤੁਹਾਡੇ ਕਿਹੜੇ ਗੁਣਾਂ ਨੂੰ ਕਹੀਏ ਜੀ। ਬੇਸ਼ੁਮਾਰ ਬੇਅੰਤ ਸੁਆਮੀ, ਤੇਰੋ ਅੰਤ ਨਾ ਕਿਨਹੀ ਲਹੀਐ। ਇਹ ਰਹਾਉ ਦਾ ਬੰਦ ਹੈ। ਸਤਿਗੁਰੂ ਜੀ ਕਿਰਪਾ ਕਰਦੇ। ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਸਮਝਾਇਆ ਹੈ ਕਿ ਅਕਾਲ ਪੁਰਖ ਪ੍ਰਮਾਤਮਾ ਬੇਸ਼ੁਮਾਰ ਹੈ, ਬੇਅੰਤ ਹੈ, ਉਹ ਮਾਲਕ ਸੁਆਮੀ ਹੈ। ਤੇਰੋ ਅੰਤ ਨਾ ਕਿਨਹੀ ਲਹੀਏ, ਤੇ ਕੋਈ ਵੀ ਆਪ ਜੀ ਦੇ ਅੰਤ ਨੂੰ ਪਾ ਨਹੀਂ ਸਕਦਾ। ਕੋਈ ਵੀ, ਕਿਸੇ ਨੇ ਨਹੀਂ ਪਾਇਆ। ਸਤ ਸੰਗਤ ਜੀ, ਕਿਸੇ ਵੀ ਤਰੀਕੇ ਦੇ ਨਾਲ ਨਹੀਂ ਜੇ ਪਾਇਆ ਜਾ ਸਕਦਾ। ਅੰਤ ਨਾ ਸਿਫਤੀ, ਕਹਿਣ ਨਾ ਅੰਤ, ਅੰਤ ਨਾ ਕਰਨਾ, ਦੇਣ ਨਾ ਅੰਤ, ਅੰਤ ਨਾ ਵੇਖਣ ਸੁਣਨ ਨਾ ਅੰਤ, ਅੰਤ ਨਾ ਜਾਪੇ ਕਿਆ ਮਨ ਮੰਤ, ਅੰਤ ਨਾ ਜਾਪੇ ਕੀਤਾ ਆਕਾਰ, ਅੰਤ ਨਾ ਜਾਪੇ ਪਾਰਾਵਾਰ। ਸਤ ਸੰਗਤ ਜੀ, ਇਹ ਬਾਣੀ ਪੜਾਂਗੇ ਤੇ ਫਿਰ ਪਤਾ ਲੱਗਦਾ ਹੈ ਕਿਸੇ ਵੀ ਤਰੀਕੇ ਦੇ ਨਾਲ ਪ੍ਰਮਾਤਮਾ ਦਾ ਅੰਤ ਨਹੀਂ ਪਾਇਆ ਜਾ ਸਕਦਾ। ਉਹ ਬੇਸ਼ੁਮਾਰ ਬੇਅੰਤ ਹੈ, ਉਹ ਸੁਆਮੀ ਹੈ। ਤੇਰੋ ਅੰਤ ਨਾ ਕਿਨਹੀ ਲਹੀਏ, ਕਿਸੇ ਨੇ ਵੀ ਅੰਤ ਨਹੀਂ ਪਾਇਆ। ਉਹਦੇ ਪਿਆਰੇ ਗੁਰਮੁਖ ਪਿਆਰੇ ਸੰਤ ਸਾਧੂ ਮਹਾਂਪੁਰਸ਼, ਗੁਰੂ ਦੇ ਸਿੱਖ ਸੇਵਕ ਜਦੋਂ ਬਾਣੀ ਪੜ੍ਹਦੇ ਹਨ ਚਾਅ ਦੇ ਨਾਲ, ਉਹ ਨਹੀਂ ਕਹਿੰਦੇ ਕਿ ਅਸੀਂ ਅੰਤ ਨੂੰ ਪਾਉਣਾ ਹੈ। ਉਹ ਤੇ ਤਰਲਾ ਲੈਂਦੇ ਹਨ, ਸੱਚੇ ਪਾਤਸ਼ਾਹ ਸਾਨੂੰ ਆਪਣੇ 'ਚ ਅਭੇਦ ਕਰ ਲਾ। ਉਹ ਫਿਰ ਉਹਨਾਂ ਦੀ ਅਵਸਥਾ ਬਣ ਜਾਂਦੀ ਹੈ, ਹਰ ਹਰ ਜਨ ਦੋਈ ਏਕ ਹੈ, ਬਿਬ ਵਿਚਾਰ ਕਛ ਨਾਹੇ, ਜਲ ਤੇ ਉਪਜ ਤਰੰਗ ਜਿਉ, ਜਲ ਹੀ ਵਿਖੇ ਸਮਾਏ। ਉਹਦਾ ਰੂਪ ਤੇ ਬਣ ਜਾਂਦੇ ਹਨ, ਪਰ ਅੰਤ ਨੂੰ ਨਹੀਂ ਪਾ ਸਕਦੇ। ਰਹਾਉ ਵਿਸ਼ਰਾਮ ਦੇ ਕਰਕੇ ਕਿਰਪਾ ਕਰਦੇ ਹਨ। ਕੋਟ ਅਪਰਾਧ ਹਮਾਰੇ ਖੰਡ ਹੋ, ਅਨਕ ਵਿਧੀ ਸਮਝਾਵੋ। ਤਰਲਾ ਕਿੱਦਾਂ ਲੈਣਾ ਹੈ, ਤਰਲਾ ਕਿੱਦਾਂ ਲੈਣਾ ਹੈ। ਕੋਟ ਅਪਰਾਧ ਹਮਾਰੇ ਖੰਡ ਹੋ। ਹੇ ਸੱਚੇ ਪਾਤਸ਼ਾਹ, ਅਸੀਂ ਅਪਰਾਧੀ ਹਾਂ, ਪਹਿਲਾਂ ਮੰਨਣਾ ਪਵੇਗਾ। ਕਬੂਲ ਕਰੋ ਕਿ ਸਾਡੇ ਕੋਲੋਂ ਗਲਤੀ ਹੋਈ ਹੈ। ਇਹ ਨਾ ਕਿਉਂ ਕਿ ਮੈਂ ਗਲਤ ਨਹੀਂ, ਮੈਂ ਗਲਤੀ ਕਰਦਾ ਨਹੀਂ, ਮੇਰੇ ਕੋਲ ਗਲਤੀ ਹੋਈ ਨਹੀਂ, ਮੇਰੇ ਕੋ ਪਾਪ ਹੋਏ ਨਹੀਂ, ਹੋਏ ਹਨ ਭਾਈ। ਕੋਟ ਅਪਰਾਧ ਹਮਾਰੇ ਖੰਡੋ। ਸੱਚੇ ਪਾਤਸ਼ਾਹ, ਇੱਕ ਨਹੀਂ ਦੋ ਨਹੀਂ, ਕਰੋੜਾਂ ਹੀ ਅਪਰਾਧ ਕਮਾਈ ਬੈਠੇ ਅਸੀਂ। ਮਨ ਕਰਕੇ ਕਿਸੇ ਦਾ ਮਾੜਾ ਸੋਚ ਲਿਆ, ਅਪਰਾਧੀ ਬਣ ਗਏ। ਇਹਨਾਂ ਨਿਗਾਹ ਦੇ ਨਾਲ ਕਿਸੇ ਧੀ ਭੈਣ ਦਾ ਰੂਪ ਤੱਕਿਆ, ਮਾੜੀ ਸੋਚ ਮਨ ਦੇ ਵਿੱਚ ਆ ਗਈ, ਅਪਰਾਧੀ ਬਣ ਗਏ। ਕਿਸੇ ਦੀ ਮਾਇਆ ਨੂੰ ਤੱਕਿਆ, ਸੋਚਿਆ ਮਨਾ ਇਸ ਮੈਨੂੰ ਕਿਉਂ ਨਹੀਂ ਮਿਲੀ, ਅਪਰਾਧੀ ਬਣ ਗਏ।
ਕਿਸੇ ਦੀ ਚੋਪੜੀ ਵੇਖ ਕੇ ਸਾਡਾ ਜੀ ਲਲਚਾਉਣਾ ਸ਼ੁਰੂ ਕਰ ਦਿੱਤਾ, ਅਪਰਾਧੀ ਬਣ ਗਏ। ਕਿਸੇ ਦਾ ਮਾੜਾ ਸੋਚ ਲਿਆ, ਕਿਸੇ ਦੀ ਨਿੰਦਾ ਕਰ ਦਿੱਤੀ, ਅਪਰਾਧੀ ਬਣ ਗਏ। ਇੱਕ ਨਹੀਂ ਦੋ ਨਹੀਂ, ਪਤਾ ਨਹੀਂ ਕਿੰਨੇ ਕੁ ਕੀਤੇ ਹਨ। ਕੋਟ ਅਪਰਾਧ ਹਮਾਰੇ ਖੰਡੋ। ਸੱਚੇ ਪਾਤਸ਼ਾਹ ਕਰੋੜਾਂ ਅਪਰਾਧ ਹਨ ਸਾਡੇ, ਉਹਨਾਂ ਨੂੰ ਖੰਡੋ, ਉਹਦੇ ਟੋਟੇ ਟੋਟੇ ਕਰ ਦਿਓ, ਪਾਪਾਂ ਦੇ ਅਪਰਾਧਾਂ ਦੇ ਟੋਟੇ ਕਰ ਦਿਓ, ਅਨਕ ਵਿਧੀ ਸਮਝਾਵੋ ਤੇ ਬਖਸ਼ ਕੇ ਤੇ ਅੱਗੇ ਗੁਰਮਤਿ ਦੇ ਆਧਾਰ ਤੇ ਸਾਨੂੰ ਚਲਾਉਣਾ ਕਰੋ। ਸਾਨੂੰ ਇਹ ਸਮਰੱਥਾ ਬਖਸ਼ ਦਿਓ ਕਿ ਅਸੀਂ ਬਾਣੀ ਸੁਣ ਕੇ ਆਪਣੇ ਹਿਰਦੇ 'ਚ ਵਸਾ ਕੇ ਤੇ ਬਾਣੀ ਦੇ ਅਨੁਸਾਰੀ ਹੋ ਕੇ ਚੱਲੀਏ, ਅਸੀਂ ਗੁਰੂ ਦੇ ਅਨੁਸਾਰੀ ਹੋ ਕਰਕੇ ਚੱਲੀਏ। ਇਹ ਕਿਰਪਾ ਕਰ ਦਿਓ ਜੀ। ਹਮ ਅਗਿਆਨ ਅਲਪ ਮਤ ਥੋੜੀ, ਤੁਮ ਆਪਨ ਬਿਰਦ ਰਖਾਵਹੁ। ਅਸੀਂ ਅਗਿਆਨੀ ਹਾਂ, ਸਾਨੂੰ ਗਿਆਨ ਕੋਈ ਨਹੀਂ। ਅਲਪ ਮਤ ਥੋੜੀ, ਬਿਲਕੁਲ ਥੋੜੀ ਜੀ ਮਤ ਹੈ, ਥੋੜੀ ਜੀ। ਸੱਚੇ ਪਾਤਸ਼ਾਹ ਸ਼ੁਕਰਿਆ ਦਾਤਿਆ, ਇੰਨੀ ਕੁ ਮਤ ਸਾਨੂੰ ਆ ਗਈ ਕਿ ਸਾਨੂੰ ਪਤਾ ਲੱਗ ਗਿਆ ਕਿ ਅਸੀਂ ਗੁਰੂ ਘਰ ਆਉਣਾ ਹੈ। ਸ਼ੁਕਰਿਆ ਦਾਤਿਆ, ਇੰਨੀ ਕੁ ਮਤ ਸਾਨੂੰ ਆ ਗਈ, ਸਾਨੂੰ ਪਤਾ ਲੱਗ ਗਿਆ ਕਿ ਅਸੀਂ ਧੰਨ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੱਥਾ ਟੇਕਣਾ ਹੈ, ਗੁਰੂ ਦੇ ਬਣਨਾ ਹੈ, ਗੁਰੂ ਦੀ ਬਾਣੀ ਸੁਣਨੀ ਹੈ। ਇੰਨੀ ਕੁ ਮਤ ਹੈ। ਇਸ ਤੋਂ ਅੱਗੇ ਆਪ ਕਿਰਪਾ ਕਰੋ ਸਤਿਗੁਰੂ, ਇਸ ਤੋਂ ਅੱਗੇ ਆਪ ਕਿਰਪਾ ਵਰਤਾਓ ਸਤਿਗੁਰੂ, ਇਸ ਤੋਂ ਅੱਗੇ ਆਪ ਕਿਰਪਾ ਕਰਕੇ ਸਾਡੀ ਬਾਹ ਫੜ ਲਓ। ਹਮ ਅਗਿਆਨ ਅਲਪ ਮਤ ਥੋਰੀ, ਤੁਮ ਆਪਨ ਬਿਰਦ ਰਖਾਵੋ। ਕਿਉਂਕਿ ਆਪ ਜੀ ਦਾ ਸੁਭਾਅ ਹੈ, ਬਿਰਦ ਨਾਮ ਸੁਭਾਅ ਦਾ ਹੁੰਦਾ ਹੈ। ਸੱਚੇ ਪਾਤਸ਼ਾਹ ਆਪ ਜੀ ਦਾ ਸੁਭਾਅ ਹੈ। ਕੀ ਸੁਭਾਅ ਹੈ? ਜੋ ਸ਼ਰਨ ਆਵੇ ਤਿਸ ਕੰਠ ਲਾਵੇ, ਇਹ ਬਿਰਦ ਸੁਆਮੀ ਸੰਦਾ। ਜਦੋਂ ਵੀ ਕੋਈ ਵੀ ਜੋ ਤੋਂ ਕੀ ਭਾਵ ਹੈ, ਇਹ ਜਿਹੜਾ ਜੋ ਹੈ ਨਾ ਭਾਈ, ਇਹਨੇ ਫਿਰਕਾਵਾਦੀ ਨੂੰ ਖਤਮ ਕਰ ਦਿੱਤਾ। ਆ ਜਿਹੜਾ ਜੋ ਹੈ ਨਾ, ਇਹਨੇ ਜਾਤ ਪਾਤ ਨੂੰ ਖਤਮ ਕਰ ਦਿੱਤਾ। ਕੋਈ ਵੀ ਆ ਸਕਦਾ ਹੈ, ਕਿਸੇ ਵੇਲੇ ਵੀ ਆ ਸਕਦਾ ਹੈ, ਜਦੋਂ ਵੀ ਆਵੇ ਸਤਿਗੁਰੂ ਜੀ ਉਹਨੂੰ ਆਪਣੀ ਛਾਤੀ ਦੇ ਨਾਲ ਲਾ ਲੈਂਦੇ ਹਨ। ਇਹ ਨਹੀਂ ਕਹਿੰਦੇ ਤੇਰੀ ਨੀਵੀਂ ਜਾਤ ਆ, ਤੂੰ ਰੱਬ ਦਾ ਨਾਂ ਨਹੀਂ ਲੈ ਸਕਦਾ। ਹੁੰਦਾ ਸੀ, ਪਰ ਸਤਿਗੁਰਾਂ ਜੀ ਦੇ ਆਗਮਨ ਤੋਂ ਪਹਿਲਾਂ, ਜਦੋਂ ਆਪ ਨਿਰੰਕਾਰ ਧੰਨ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਇਸ ਮਾਤ ਲੋਕ ਉੱਤੇ ਆਏ, ਉਹਨਾਂ ਦੇ ਤੇ ਉਪਦੇਸ਼ ਹੀ ਇਹ ਹੈ ਕਿ ਭਾਈ ਇਹ ਵਖਰੇਵਾਂ, ਊਚ ਨੀਚ, ਇਹ ਧੜੇਬਾਜ਼ੀ, ਇਹਨੂੰ ਖਤਮ ਕਰ ਦਿਓ ਜੀ। ਸੱਚੇ ਪਾਤਸ਼ਾਹ ਆਪਣੇ ਸੁਭਾਅ ਦੇ ਦੁਆਰਾ ਸਾਨੂੰ ਰੱਖ ਲਓ ਜੀ। ਤੁਮਰੀ ਸ਼ਰਨ ਤੁਮਾਰੀ ਆਸਾ, ਤੁਮ ਹੀ ਸੱਜਣ ਸੁਹੇਲੇ। ਤੁਮਰੀ ਸ਼ਰਨ, ਅਸੀਂ ਆਪ ਜੀ ਦੀ ਸ਼ਰਨ ਆਏ ਹਾਂ। ਕਿੱਦਾਂ ਆਏ ਹਾਂ? ਆਸ ਲੈ ਕਰਕੇ, ਆਸ ਲੈ ਕਰਕੇ। ਤੁਮ ਹੀ ਸੱਜਣ ਸੁਹੇਲੇ, ਤੇ ਆਸ ਕਿਉਂ ਲਈ? ਕਿਉਂਕਿ ਤੁਸੀਂ ਹੀ ਸੁਹੇਲੇ ਸੱਜਣ ਜੇ। ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਬਾਣੀ ਦੇ ਅੰਦਰ ਜਦੋਂ ਵੀ ਸੱਜਣ ਆਉਂਦਾ ਹੈ ਨਾ, ਜਾਂ ਤੇ ਸੱਜਣ ਦੇ ਨਾਲ ਸੱਚਾ ਲਿਖਿਆ ਹੁੰਦਾ ਹੈ, ਜਾਂ ਸੁਹੇਲੇ ਲਿਖਿਆ ਹੁੰਦਾ ਹੈ। ਕਿਉਂ ਲਿਖਿਆ?